ਰਾਮਦਾਸ ਅਰਜੁਨ ਗੁਰੂ ਬਾਰ ਸ੍ਰੀ ਹਰਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਹਉ ਮਤ ਮੰਦ ਅਜਾਨ ਆਪਹੁ ਕਛੂ ਨ ਜਾਣਦਾ ਸਤਿਗੁਰ ਮਿਹਰਵਾਨ ਆਪਣਾ ਜਸ ਕਰਵਾਏ ਲਵੋ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਨ ਕੌਲਾਂ ਮਨ ਭਈ ਆਨੰਦ। ਖਾਨਿਓ ਤਾਲ ਨੀਮੋ ਸੋ ਬਿਲੰਦ। ਇਹ ਪ੍ਰਸੰਗ ਤਉ ਇਸ ਬਿਧ ਭਇਓ। ਰਾਮਾ ਕਰ ਸੰਬੰਧ ਘਰ ਗਇਓ। ਇਹ ਪ੍ਰਸੰਗ ਤਉ ਇਸ ਵਿਧ ਭਇਓ। ਰਾਮਾ ਕਰ ਸੰਬੰਧ ਘਰ ਗਇਓ। ਸੁਨ ਕੌਲਾਂ ਮਨ ਭਈ ਆਨੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰਸੰਗਤ ਜੀਓ। ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਕਰਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਅੰਦਰ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪਾਵਨ ਪਵਿੱਤਰ ਸ੍ਰੀ ਗੁਰ ਇਤਿਹਾਸ ਦੀ ਕਥਾ ਵਿਚਾਰ ਸ਼ਰਵਣ ਕਰਨ ਦੇ ਲਈ ਸ਼ਾਮਾਂ ਵੇਲੇ ਦੇ ਦੀਵਾਨਾਂ ਦੇ ਅੰਦਰ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਕਰਨ ਦੇ ਲਈ ਸਤਿਗੁਰਾਂ ਦੇ ਪਾਵਨ ਹਜ਼ੂਰ ਜੁੜ ਮਿਲ ਬੈਠ ਕੇ
ਪਾਵਨ ਕੀਰਤਨ, ਪਾਵਨ ਕਥਾ ਸੁਣਨ ਦਾ ਆਪਾਂ ਯਤਨ ਕਰ ਰਹੇ ਹਾਂ। ਜਿਸ ਪ੍ਰਕਾਰ ਹਰ ਰੋਜ਼ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਆਪ ਗੁਰਸਿੱਖ ਸੰਗਤਾਂ ਗੁਰਮੁਖ ਪਿਆਰਿਆਂ ਦੀ ਪਾਵਨ ਰਸਨਾ ਤੋਂ ਸ਼ਰਵਣ ਕਰਦੇ ਹੋ, ਜਿਸ ਦੇ ਅੰਦਰ ਕੱਲ ਰੋਜ਼ ਤੋਂ ਜੋ ਪਾਵਨ ਪ੍ਰਸੰਗ ਸ਼ੁਰੂ ਹੋਇਆ ਹੈ, ਜਿਸ ਦੇ ਅੰਦਰ ਲਾਹੌਰ ਵਾਸੀ ਮਾਤਾ ਕੌਲਾਂ ਜੀ, ਜਿਨ੍ਹਾਂ ਦਾ ਜੀਵਨ ਜਦੋਂ ਅਸੀਂ ਪਾਵਨ ਇਤਿਹਾਸ 'ਚੋਂ ਪੜ੍ਹ ਕੇ ਵੇਖਦੇ ਹਾਂ ਤੇ ਬਹੁਤ ਸੁਚੱਜਾ ਔਰ ਇੱਕ ਪਾਵਨ ਜੀਵਨ ਹੈ। ਆਪ ਜੀ ਦੀ ਜਿਹੜੀ ਸੰਗਤ ਹੈ ਉਹ ਸਤਿਕਾਰਯੋਗ ਸਾਈਂ ਮੀਆਂ ਮੀਰ ਦੇ ਨਾਲ ਹੋਈ। ਇਹ ਵੀ ਐਸੇ ਮਹਾਤਮਾ ਹਨ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਹਜ਼ੂਰ ਬਹੁਤ ਲੰਬਾ ਸਮਾਂ ਸਫਲਾ ਕੀਤਾ ਔਰ ਉਸ ਤੋਂ ਉਪਰੰਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਤੱਕ ਇਹ ਸਤਿਗੁਰਾਂ ਦੀ ਹਜ਼ੂਰੀ ਅੰਦਰ ਸੁਸ਼ੋਭਿਤ ਹੁੰਦੇ ਰਹੇ। ਇਹ ਜਿਹੜੇ ਮਾਤਾ ਕੌਲਾ ਜੀ ਸਨ, ਇਹਨਾਂ ਦੀ ਸੰਗਤ ਸਾਈਂ ਮੀਆਂ ਮੀਰ ਜੀ ਦੇ ਨਾਲ ਹੋਈ ਤੇ ਐਸਾ ਪ੍ਰਭਾਵ ਪਿਆ ਕਿਉਂਕਿ ਆਪ ਜੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਿਹੜਾ ਨਿਤਨੇਮ ਹੈ ਉਸ ਨੂੰ ਕਦੇ ਨਹੀਂ ਵਿਸਾਰਦੇ ਸਨ ਤੇ ਮਾਤਾ ਕੌਲਾਂ ਜੀ ਦੇ ਉੱਪਰ ਵੀ ਐਸਾ ਪ੍ਰਭਾਵ ਪਿਆ ਕਿ ਸੰਗਤ ਕਰਦਿਆਂ ਕਰਦਿਆਂ ਐਸੀ ਗੁਰਬਾਣੀ ਦੇ ਨਾਲ ਪ੍ਰੇਮ ਜੁੜਿਆ, ਐਸਾ ਰਸ ਬਣਨਾ ਸ਼ੁਰੂ ਹੋਇਆ ਕਿ ਗੁਰਬਾਣੀ ਨੂੰ ਹੀ ਆਧਾਰ ਬਣਾ ਲਿਆ ਤੇ ਉਸ ਤੋਂ ਬਾਅਦ ਸਮਾਂ ਪਾ ਕੇ ਐਸਾ ਹੋਇਆ ਕਿ ਮਾਤਾ ਕੌਲਾ ਜੀ ਦੇ ਜੀਵਨ ਦੇ ਅੰਦਰ ਕਿ ਉਹਨਾਂ ਦੇ ਜਿਹੜੇ ਪਿਤਾ ਕਾਜੀ ਰੁਸਤਮ ਰਾਏ ਸਨ, ਜਾਂ ਕਈਆਂ ਨੇ ਉਹਨਾਂ ਦਾ ਨਾਮ ਕਾਜੀ ਰੁਸਤਮ ਖਾਨ ਕਰਕੇ ਲਿਖਿਆ ਹੈ, ਉਹਨਾਂ ਨੇ ਇਹ ਫਤਵਾ ਜਾਰੀ ਕਰ ਦਿੱਤਾ ਕਿ ਇਹ ਇੱਕ ਮੁਸਲਮਾਨ ਲੜਕੀ ਹੋਣ ਕਰਕੇ, ਮੇਰੀ ਬੇਟੀ ਹੋਣ ਕਰਕੇ ਇਹ ਕਿਸੇ ਹੋਰ ਧਰਮ ਗ੍ਰੰਥ ਦੀ ਜਿਹੜੀ ਬਾਣੀ ਹੈ ਉਸ ਨੂੰ ਨਹੀਂ ਪੜ੍ਹ ਸਕਦੀ। ਉਹ ਆਖਦਾ ਸੀ ਕਿ ਇਹ ਕਾਫਰਾਂ ਦੀ ਬਾਣੀ ਹੈ ਤੇ ਉਸ ਨੇ ਹੋਰ ਜਿਹੜੇ ਉਸ ਦੇ ਸੰਬੰਧੀ ਕਾਜੀ ਸਨ ਉਹਨਾਂ ਨੂੰ ਕਹਿ ਕਰਕੇ ਫਤਵਾ ਜਾਰੀ ਕਰ ਦਿੱਤਾ ਕਿ ਇਸ ਮੇਰੀ ਲੜਕੀ ਕੌਲਾਂ ਨੂੰ ਕੋਈ ਭਾਰੀ ਸਜ਼ਾ ਦਿੱਤੀ ਜਾਵੇ। ਤੇ ਉਸ ਤੋਂ ਬਾਅਦ ਇਹ ਗੱਲ ਸਾਈਂ ਮੀਆਂ ਮੀਰ ਜੀ ਨੂੰ ਪਤਾ ਲੱਗੀ। ਉਸ ਤੋਂ ਬਾਅਦ ਸਾਈਂ ਮੀਆਂ ਮੀਰ ਜੀ ਨੇ ਇਹ ਕੀਤਾ ਕਿ ਆਪਣਾ ਇੱਕ ਸੇਵਕ, ਜਿਸ ਦਾ ਨਾਮ ਇਤਿਹਾਸਕਾਰਾਂ ਨੇ ਅਬਦੁੱਲਾ ਜੀ ਕਰਕੇ ਲਿਖਿਆ ਹੈ, ਉਹਨਾਂ ਦੇ ਨਾਲ ਆਪ ਜੀ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜ ਦਿੱਤਾ। ਤੇ ਕੀ ਹੋਇਆ ਕਿ ਆਪ ਜੀ ਨੇ ਬਚਨ ਕੀਤੇ ਕਿ ਜੇ ਤੁਸੀਂ ਗੁਰੂ ਘਰ ਦੇ ਨਾਲ ਪ੍ਰੇਮ ਰੱਖਣ ਵਾਲੇ ਹੋ ਤੇ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜਿਵੇਂ ਪਾਵਨ ਗੁਰਬਾਣੀ ਦੇ ਅੰਦਰ ਵੀ ਇਹ ਮਹਾਵਾਕ ਆਪਾਂ ਸ਼ਰਵਣ ਕਰਦੇ ਹਾਂ ਕਿ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ। ਚਾਹੇ ਕੋਈ ਵੀ ਕਿੰਨਾ ਵੀ ਪਾਪੀ ਹੋਵੇ, ਕੋਈ ਕੁਕਰਮੀ ਹੋਵੇ, ਜਿਸ ਦਾ ਬਹੁਤ ਮਾੜਾ ਆਚਰਣ ਹੋਵੇ, ਜੇਕਰ ਉਹ ਇੱਕ ਵਾਰ ਝੁਕ ਕਰਕੇ ਗੁਰੂ ਦਰਬਾਰ ਵਿੱਚ ਆ ਜਾਵੇ। ਆਪਾਂ ਜਦੋਂ ਪਾਵਨ ਇਤਿਹਾਸ ਵੀ ਪੜ੍ਹ ਕੇ ਵੇਖਦੇ ਹਾਂ ਕੈਸੇ ਕੈਸੇ ਦੋਖੀ ਜਦੋਂ ਗੁਰੂ ਕੀ ਹਜ਼ੂਰੀ ਵਿੱਚ ਆਏ ਨੇ, ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਹੈ। ਉਹ ਚਾਹੇ ਗੁਰੂ ਘਰ ਦੇ ਰਾਗੀ ਹੋਣ, ਚਾਹੇ ਉਹ ਕੋਈ ਕਿਸੇ ਵੀ ਕਿੱਤੇ ਦੇ ਨਾਲ ਸੰਬੰਧ ਰੱਖਣ ਵਾਲਾ ਸੀ। ਇਸ ਲਈ ਸਤਿਗੁਰਾਂ ਦਾ ਐਸਾ ਸੁਭਾਅ ਹੋਣ ਕਰਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਕਿ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਉਸ ਤੋਂ ਉਪਰੰਤ ਮਾਤਾ ਕੌਲਾ ਜੀ ਸਤਿਗੁਰਾਂ ਦੇ ਹਜ਼ੂਰ ਰਹਿਣ ਲੱਗ ਗਏ
ਸਮਾਂ ਪਾ ਕੇ ਇੱਕ ਦਿਨ ਮਾਤਾ ਕੌਲਾ ਜੀ ਦੇ ਮਨ ਦੇ ਅੰਦਰ ਫੁਰਨਾ ਆਇਆ। ਸਤਿਗੁਰਾਂ ਦੇ ਬਾਲ ਬਾਬਾ ਗੁਰਦਿੱਤਾ ਜੀ ਆਦਿਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਅਣੀ ਰਾਏ, ਅਟਲ ਰਾਏ, ਇਹਨਾਂ ਪੁੱਤਰਾਂ ਨੂੰ ਜਦੋਂ ਮਾਤਾ ਕੌਲਾਂ ਜੀ ਨੇ ਮਹਿਲਾਂ ਦੇ ਵਿੱਚ ਖੇਡਦਿਆਂ ਹੋਇਆਂ ਨੇ ਵੇਖਿਆ ਤੇ ਮਨ ਦੇ ਅੰਦਰ ਐਸਾ ਫੁਰਨਾ ਹੋਵੇ ਕਿ ਸਤਿਗੁਰਾਂ ਨੂੰ ਬੇਨਤੀ ਕੀਤੀ ਜਾਵੇ ਕਿ ਸਤਿਗੁਰੂ ਜੀਓ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ, ਕਿਉਂਕਿ ਮੇਰੇ ਮਨ ਦੇ ਅੰਦਰ ਇਹ ਇੱਕ ਗੱਲ ਵਸ ਚੁੱਕੀ ਹੈ ਕਿ ਇਸ ਸੰਸਾਰ ਤੇ ਮੇਰੇ ਤੋਂ ਬਾਅਦ ਮੇਰੀ ਕੋਈ ਸੰਤਾਨ ਨਾ ਹੋਣ ਕਰਕੇ ਮੇਰਾ ਇਸ ਜੱਗ ਦੇ ਉੱਪਰ ਨਾਮ ਨਹੀਂ ਰਹਿਣਾ, ਮੇਰਾ ਇਸ ਜੱਗ ਦੇ ਵਿੱਚੋਂ ਨਾਮ ਮਿਟ ਜਾਵੇਗਾ। ਸਤਿਗੁਰਾਂ ਨੇ ਬਚਨ ਕੀਤੇ ਕਿ ਮਾਤਾ ਜੀ ਇਹ ਤੁਸੀਂ ਕੈਸਾ ਫੁਰਨਾ ਕਰ ਬੈਠੇ ਹੋ, ਇਹ ਤਾਂ ਸੰਸਾਰੀ ਲੋਕ ਕਰਦੇ ਨੇ, ਤੁਸੀਂ ਤੋਂ ਬ੍ਰਹਮ ਅਵਸਥਾ ਵਾਲੇ ਹੋ, ਤੁਹਾਨੂੰ ਇਹ ਫੁਰਨਾ ਬਣ ਨਹੀਂ ਆਉਂਦਾ। ਤੁਹਾਡਾ ਐਸਾ ਅਸੀਂ ਪੁੱਤਰ ਦੀ ਤੁਹਾਨੂੰ ਦਾਤ ਬਖਸ਼ਾਂਗੇ ਜਿਹੜਾ ਜੁਗਾਂ ਜੁਗਾਂ ਤੱਕ ਰਹੇਗਾ। ਸਤਿਗੁਰਾਂ ਨੇ ਬਚਨ ਕੀਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿ ਬਾਬਾ ਬੁੱਢਾ ਸਾਹਿਬ ਜੀ, ਇਹਨਾਂ ਮਾਤਾ ਜੀ ਦੇ ਨਾਮ ਦੇ ਉੱਪਰ ਆਪਾਂ ਇੱਕ ਸਰੋਵਰ ਤਿਆਰ ਕਰਵਾਉਣਾ ਹੈ, ਜਿਸ ਦਾ ਟੱਕ ਅਸੀਂ ਆਪ ਲਾਵਾਂਗੇ। ਉਸੇ ਤਰ੍ਹਾਂ ਹੀ ਗੁਰਸਿੱਖਾਂ ਦੇ ਨਾਲ ਗੁਰਮਤਾ ਕਰਕੇ ਸਤਿਗੁਰਾਂ ਨੇ ਇੱਕ ਤਾਲ ਐਸਾ ਖਟਾਇਆ ਜਿਸ ਦਾ ਨਾਮ ਅੱਜ ਵੀ ਆਪਾਂ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਪਰ ਜਦੋਂ ਜਾਂਦੇ ਹਾਂ ਤੇ ਉੱਥੇ ਇੱਕ ਸਰੋਵਰ ਦਾ ਨਾਮ ਸ੍ਰੀ ਕੌਲਸਰ ਸਾਹਿਬ ਹੈ। ਇਹ ਮਾਤਾ ਕੌਲਾ ਜੀ ਦੇ ਨਾਮ ਦੇ ਉੱਪਰ ਪਿਆ ਹੋਇਆ ਹੈ। ਇਸ ਤੋਂ ਬਾਅਦ ਸਤਿਗੁਰਾਂ ਦੇ ਪਾਵਨ ਜਿਵੇਂ ਅੱਜ ਅੱਗੇ ਪ੍ਰਸੰਗ ਆ ਰਿਹਾ ਹੈ ਕਿ ਕਿਸ ਪ੍ਰਕਾਰ ਬਾਬਾ ਗੁਰਦਿੱਤਾ ਦੀ ਜੋ ਸਗਾਈ ਹੈ ਉਹ ਹੋਈ ਤੇ ਕਿਸ ਪ੍ਰਕਾਰ ਮਾਤਾ ਕੌਲਾਂ ਜੀ ਨਿਹਾਲ ਹੋਏ, ਜੋ ਅੱਗੇ ਪ੍ਰਸੰਗ ਆ ਰਿਹਾ ਹੈ। ਸਤਿਗੁਰਾਂ ਦੇ ਪਾਵਨ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਵਣ ਕਰਨਾ ਕਰੀਏ ਜੀ। ਸੁਨ ਕੌਲਾ ਮਨ ਭਈ ਆਨੰਦ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਪਾਵਨ ਵਾਕ ਲਿਖਦੇ ਹਨ ਕਿ ਜਦੋਂ ਮਾਤਾ ਕੌਲਾ ਜੀ ਨੇ ਇਹ ਸੁਣਿਆ ਕਿ ਤੁਹਾਡਾ ਇੱਕ ਜੁਗਾਂ ਜੁਗਾਂ ਤੱਕ ਰਹਿਣ ਵਾਲਾ ਤੁਹਾਨੂੰ ਪੁੱਤਰ ਬਖਸ਼ਾਂਗੇ, ਕਿ ਤੁਹਾਡੇ ਨਾਮ ਦੇ ਉੱਪਰ ਹੀ ਇੱਕ ਸਰੋਵਰ ਤਿਆਰ ਕਰਨਾ ਹੈ, ਜਦੋਂ ਇਹ ਬਚਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਮਾਤਾ ਕੌਲਾਂ ਜੀ ਨੇ ਸੁਨੇ ਤੇ ਆਪ ਜੀ ਦਾ ਜਿਹੜਾ ਹਿਰਦਾ ਸੀ ਉਹ ਬਹੁਤ ਪ੍ਰਸੰਨ ਹੋਇਆ। ਖਾਨਿਓ ਤਾਲ ਨੀਵੋ ਸੋ ਬਿਲੰਦ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਟੱਕ ਲਾ ਕਰਕੇ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਾਈ ਕਿ ਜਿੰਨਾ ਵੀ ਸਮਾਨ ਇਹਨਾਂ ਕਾਰੀਗਰਾਂ ਨੂੰ ਚਾਹੀਦਾ ਹੈ, ਜੋ ਜੋ ਵਸਤੂਆਂ ਦੀ ਲੋੜ ਹੈ, ਉਹਨਾਂ ਨੂੰ ਤੁਸੀਂ ਪੂਰਾ ਕਰਿਓ। ਇਸ ਪ੍ਰਕਾਰ ਬਹੁਤ ਜਿਹੜਾ ਨੀਵਾਂ ਡੂੰਘਾ ਜਿਹੜਾ ਤਾਲ ਉਸ ਨੂੰ ਖਲਵਾਉਣਾ ਕੀਤਾ, ਖਟਾਉਣਾ ਕੀਤਾ। ਇਹ ਪ੍ਰਸੰਗ ਤਉ ਇਸ ਬਿਦ ਭਇਓ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਆਖਦੇ ਹਨ ਕਿ ਇਹ ਜਿਹੜਾ ਮਾਤਾ ਕੌਲਾਂ ਜੀ ਵਾਲਾ ਇਹ ਜਿਹੜਾ ਪ੍ਰਸੰਗ ਸੀ ਸੋ ਇਸ ਪ੍ਰਕਾਰ ਹੋਣਾ ਕੀਤਾ। ਰਾਮਾ ਕਰ ਸੰਬੰਧ ਘਰ ਗਇਓ। ਤੇ ਉਧਰ ਅੱਗੇ ਦੂਸਰਾ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਿਸ ਸਮੇਂ ਦੀਵਾਲੀ ਦਾ ਸਮਾਂ ਆਇਆ ਸੀ ਉਸ ਵੇਲੇ ਇਹ ਜਿਹੜੇ ਭਾਈ ਰਾਮਾ ਜੀ ਸਨ ਇਹ ਵੀ ਗੁਰੂ ਕੀ ਹਜ਼ੂਰੀ ਦੇ ਵਿੱਚ ਆਏ ਸਨ। ਇਹਨਾਂ ਦੇ ਮਨ ਦੇ ਅੰਦਰ ਫੁਰਨਾ ਬਣਿਆ ਕਿ ਜੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਗੋਦੀ ਦੇ ਅੰਦਰ ਬਹੁਤ ਸੁੰਦਰ ਸਰੂਪ ਵਾਲੇ ਬਾਬਾ ਗੁਰਦਿੱਤਾ ਜੀ ਹਨ, ਕਿਉਂ ਨਾ ਹੋਵੇ ਕਿ ਇਹਨਾਂ ਦੇ ਨਾਲ ਮੈਂ ਆਪਣੀ ਪੁੱਤਰੀ, ਆਪਣੀ ਬੇਟੀ
ਜਿਸ ਦਾ ਨਾਮ ਅਨੰਤੀ ਕਰਕੇ ਸੀ, ਉਸ ਦੀ ਮੈਂ ਸਗਾਈ ਕਰ ਲਵਾਂ। ਇਸ ਤੋਂ ਬਾਅਦ ਘਰ ਪਰਿਵਾਰ ਦੇ ਅੰਦਰ ਇਹ ਵਾਰਤਾ ਚੱਲੀ, ਵਿਚਾਰ ਚੱਲੀ, ਤੇ ਸਤਿਗੁਰਾਂ ਨੇ ਵੀ ਇਸ ਦੀ ਆਗਿਆ ਦਿੱਤੀ। ਉਹ ਪ੍ਰਸੰਗ ਅੱਗੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਸ ਪ੍ਰਕਾਰ ਉਹਨਾਂ ਨੇ ਕੀਤਾ, ਉਸ ਨੂੰ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਹਨ ਕਿ ਰਾਮਾ ਕਰ ਸੰਬੰਧ ਕਰ ਗਇਓ, ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਆਗਿਆ ਲੈ ਕਰਕੇ ਆਪਣੀ ਬੇਟੀ ਅਨੰਤੀ ਦਾ ਜੋ ਰਿਸ਼ਤਾ ਸੀ, ਸਗਾਈ ਸੀ, ਉਹ ਬਾਬਾ ਗੁਰਦਿੱਤਾ ਜੀ ਦੇ ਨਾਲ ਕਰਕੇ ਇਹ ਭਾਈ ਰਾਮਾ ਜੀ ਆਪਣੇ ਘਰ ਨੂੰ ਪਰਤੇ। ਨਿਜ ਪਤਨੀ ਸੋ ਗਾਥ ਸੁਨਾਈ। ਤੇ ਇਸ ਭਾਈ ਰਾਮਾ ਜੀ ਨੇ ਆਪਣੇ ਘਰ ਦੇ ਵਿੱਚ ਜਾ ਕਰਕੇ ਆਪਣੀ ਧਰਮ ਪਤਨੀ, ਜਿਸ ਦਾ ਨਾਮ ਸੁਖਦੇਵੀ ਸੀ, ਉਸ ਨੂੰ ਇਹ ਸਾਰੀ ਜਿਹੜੀ ਵਾਰਤਾ ਰਿਸ਼ਤੇ ਦੀ ਦੱਸਣਾ ਕੀਤੀ। ਗੁਰ ਸੁਤ ਸੋ ਕੀ ਸੁਤਾ ਸਗਾਈ। ਆਖਣਾ ਕੀਤਾ ਕਿ ਇਹ ਮੇਰੀ ਧਰਮ ਪਤਨੀ, ਆਪਣੇ ਬਹੁਤ ਵੱਡੇ ਭਾਗ ਹਨ, ਬਹੁਤ ਪਿਛਲੇ ਸਮੇਂ ਦੇ ਅੰਦਰ ਕੋਈ ਪੁੰਨ ਕੀਤੇ ਸਨ, ਬਹੁਤ ਐਸਾ ਆਪਾਂ ਦਾਨ ਕੀਤਾ ਸੀ ਜਿਸ ਦਾ ਫਲ ਸਾਨੂੰ ਇਸ ਜਨਮ ਵਿੱਚ ਮਿਲਿਆ ਹੈ। ਸਾਡੇ ਵੱਡੇ ਭਾਗ ਹੋਣ ਕਰਕੇ ਸਾਡਾ ਜਿਹੜਾ ਰਿਸ਼ਤਾ ਹੈ, ਸਾਡੀ ਬੇਟੀ ਦਾ ਜਿਹੜਾ ਰਿਸ਼ਤਾ ਹੈ, ਉਹ ਬਾਬਾ ਗੁਰਦਿੱਤਾ ਜੀ ਦੇ ਨਾਲ ਪੱਕਾ ਹੋਇਆ ਹੈ। ਇਹ ਸਾਰੀ ਜਿਹੜੀ ਵਿਚਾਰ ਹੈ ਆਪਣੀ ਧਰਮ ਪਤਨੀ ਨੂੰ ਬਾਬਾ ਰਾਮਾ ਜੀ ਨੇ ਦੱਸਣਾ ਕੀਤੀ। ਸੋਨ ਸੁਖ ਦੇਈ ਭਈ ਆਨੰਦਾ। ਇਸ ਪ੍ਰਕਾਰ ਜਦੋਂ ਇਹ ਗੱਲ ਧਰਮ ਪਤਨੀ ਸੁਖਦੇਵੀ ਨੇ ਆਪਣੇ ਪਤੀ ਤੋਂ ਸੁਣਨਾ ਕੀਤੀ ਤੇ ਮਨ ਦੇ ਅੰਦਰ ਬਹੁਤ ਖੁਸ਼ੀ ਹੋਈ ਕਿ ਧੰਨ ਹੋ ਪਤੀ ਤੁਸੀਂ, ਧੰਨ ਹੋ ਐਸੇ ਗੁਰਦੇਵ ਜਿਨ੍ਹਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ। ਵੱਡੇ ਭਾਗ ਤੇ ਮਿਲੇ ਮੁਕੰਦਾ। ਕਹਿੰਦੇ ਕਿ ਸਾਡੇ ਬਹੁਤ ਵੱਡੇ ਭਾਗ ਸਨ, ਜਿਸ ਕਰਕੇ ਸਾਨੂੰ ਮੁਕੰਦਾ, ਜਿਹੜੇ ਮੁਕ ਅੰਦਾ, ਮੁਕਤੀ ਨੂੰ ਅੰਦਾ ਮੈਨੇ ਦੇਣ ਵਾਲੇ, ਜਾਂ ਫਿਰ ਮੋਹ ਕੰਦ, ਮੋਹ ਨੂੰ ਕੱਟਣ ਵਾਲੇ, ਜਿੰਨੇ ਵੀ ਸੰਸਾਰੀ ਜੋ ਕਾਰ ਵਿਹਾਰ ਦੇ ਬੰਧਨ ਪਏ ਹੋਏ ਨੇ, ਜਾਂ ਜਨਮ ਮਰਨ ਦੇ ਜਿਹੜੇ ਬੰਧਨ ਪਏ ਹੋਏ ਨੇ, ਉਹਨਾਂ ਨੂੰ ਕੰਦ ਮੈਨੇ ਕੱਟਣ ਵਾਲੇ ਐਸੇ ਜਿਹੜੇ ਸਤਿਗੁਰੂ ਹਨ, ਉਹਨਾਂ ਦੇ ਨਾਲ ਸਾਡਾ ਮੇਲ ਮਿਲਾਪ ਹੋਇਆ। ਇਹ ਸਾਡੇ ਬਹੁਤ ਵੱਡੇ ਭਾਗ ਸਨ। ਗੁਰੂ ਪੁੱਤਰ ਕੋ ਵਿਆਹ ਨ ਆਵੈ। ਤੇ ਮਾਤਾ ਸੁਖਦੇਵੀ ਜੀ ਮਨ ਹੀ ਮਨ ਸੋਚਦੇ ਨੇ ਕਿ ਕੈਸਾ ਉਦੋਂ ਮਾਹੌਲ ਹੋਵੇਗਾ ਜਦੋਂ ਗੁਰਾਂ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਸਾਡੇ ਘਰ ਵਿੱਚ ਆਉਣਗੇ, ਸਾਡੇ ਨਗਰ ਵਿੱਚ ਆਉਣਗੇ, ਉਦੋਂ ਕੈਸੀਆਂ ਖੁਸ਼ੀਆਂ ਹੋਵਣਗੇ। ਇਹ ਮਨ ਹੀ ਮਨ ਸੋਚ ਕਰਕੇ ਮਾਤਾ ਸੁਖਦੇਵੀ ਜੀ ਪ੍ਰਸੰਨ ਹੁੰਦੇ ਹਨ। ਨਗਰ ਲੋਕ ਸਗਰੇ ਦਰਸਾਵੈ। ਕਹਿੰਦੇ ਕਿ ਇਸ ਵਿਆਹ ਦੇ ਨਾਲ ਸਾਡਾ ਤੇ ਭਲਾ ਹੋਣਾ ਹੀ ਹੈ। ਦੇਖੋ ਉਸ ਸਮੇਂ ਕਿੰਨਾ ਮਾਹੌਲ ਹੋਵੇਗਾ ਜਦੋਂ ਸਤਿਗੁਰੂ ਜੀ ਘੋੜੇ ਦੇ ਉੱਪਰ ਸਵਾਰ ਹੋ ਕੇ ਸਿੱਖ ਫੌਜਾਂ ਦੇ ਨਾਲ, ਸਿੱਖ ਸੰਗਤ ਦੇ ਨਾਲ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਵਾਉਣ ਆਉਣਗੇ। ਤੇ ਉਸ ਵੇਲੇ ਜਿਹੜੇ ਨਗਰ ਦੇ ਲੋਕ ਹਨ ਉਹ ਵੀ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਕਰਨਗੇ। ਸਭ ਪਰ ਭਇਓ ਤੋਰ ਉਪਕਾਰਾ। ਤੇ ਮਾਤਾ ਸੁਖਦੇਵੀ ਨੇ ਆਪਣੇ ਪਤੀ ਨੂੰ ਆਖਿਆ ਕਿ ਇਹ ਮੇਰੇ ਪਤੀ ਰਾਮਾ ਜੀ, ਇਹ ਸਾਰਾ ਜਿਹੜਾ ਦਰਸ਼ਨਾਂ ਦਾ ਜਿਹੜਾ ਵਡਭਾਗ ਸਮਾਂ ਹੈ, ਇਹ ਤੁਹਾਡੇ ਯਤਨ ਕਰਕੇ ਹੋਇਆ ਕਿ ਤੁਹਾਡੇ ਮਨ ਦੇ ਅੰਦਰ ਐਸਾ ਫੁਰਨਾ ਆਇਆ, ਇਹ ਤੁਸੀਂ ਹੀ ਸਾਰਿਆਂ ਦੇ ਉੱਪਰ ਪਰਉਪਕਾਰ ਕਰਨਾ ਕੀਤਾ ਹੈ। ਅਰ ਆਛੋ ਨਿਜ ਕਾਜ ਸੁਧਾਰਾ। ਤੇ ਇਹ ਜਿਹੜਾ ਆਪਣਾ ਚੰਗਾ ਜਿਹੜਾ ਕਾਰਜ ਹੈ ਇਹ ਪੂਰਾ ਹੋਇਆ। ਬੀਤ ਗਏ ਜਬ 3 ਮਹੀਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਪਾਵਨ ਬਚਨ ਲਿਖਦੇ ਹਨ ਕਿ ਜਦੋਂ ਇਸ ਪ੍ਰਕਾਰ ਵਿਚਾਰਾਂ ਕਰਦਿਆਂ, ਜੋ ਸਾਜੋ ਸਮਾਨ ਇਕੱਤਰਤ ਕਰਦਿਆਂ, ਜਦੋਂ 3 ਮਹੀਨਿਆਂ ਦਾ ਸਮਾਂ ਸਫਲਾ ਹੋਇਆ, ਬਤੀਤ ਹੋਇਆ। ਆਇਓ ਮਾਘ ਭਲੇ ਦਿਨ ਚੀਨੇ। ਤੇ ਮਹੀਨਾ ਬਦਲਦਿਆਂ ਜਦੋਂ ਮਾਘ ਦਾ ਮਹੀਨਾ
ਜਦੋਂ ਭਲਾ ਆਇਆ ਚੰਗਾ ਆਣਾ ਵੇਖਿਆ। ਨਿਜ ਪਤਨੀ ਸੋ ਕੀਨ ਸਲਾਹ। ਉਸ ਵੇਲੇ ਕਹਿੰਦੇ ਕਿ ਭਾਈ ਰਾਮਾ ਜੀ ਨੇ ਆਪਣੀ ਪਤਨੀ ਸੁਖਦੇਵੀ ਦੇ ਨਾਲ ਕਿ ਆਪਣੇ ਕੋਲ ਹੁਣ ਬਹੁਤ ਸਮਾਂ ਹੋ ਗਿਆ ਹੈ ਰਿਸ਼ਤੇ ਹੋਏ ਨੂੰ, ਇਸ ਪ੍ਰਕਾਰ ਆਪਣੀ ਪਤਨੀ ਦੇ ਨਾਲ ਜਿਹੜਾ ਸਲਾਹ ਮਸ਼ਵਰਾ ਸੀ ਉਹ ਕਰਨਾ ਕੀਤਾ। ਕਰ ਦੀਜ ਹੈ ਤਨੁਜਾ ਕੋ ਵਿਆਹ। ਕਹਿੰਦੇ ਕਿ ਹੁਣ ਕਿਉਂ ਨਾ ਹੋਵੇ ਕਿ ਹੁਣ ਸਮਾਂ ਵੀ ਠੀਕ ਹੈ, ਆਪਾਂ ਆਪਣੀ ਬੇਟੀ ਮਾਤਾ ਜਿਹੜੀ ਅਨੰਤੀ ਹੈ ਉਸ ਦੀ ਜਿਹੜੀ ਸਗਾਈ ਬਹੁਤ ਸਮਾਂ ਹੋ ਗਿਆ ਹੋਏ ਨੂੰ, ਕਿਉਂ ਨਾ ਹੋਵੇ ਕਿ ਉਸ ਦੀ ਜਿਹੜੀ ਵਿਆਹ ਸ਼ਾਦੀ ਹੈ ਉਹ ਗੁਰੂ ਪੁੱਤਰ ਦੇ ਨਾਲ ਆਪਾਂ ਕਰ ਦੇਣਾ ਕਰੀਏ। ਸਿੱਖ ਤੇ ਸੁਧਾਏ ਕਰ ਸਾਹ। ਉਸ ਵੇਲੇ ਘਰ ਪਰਿਵਾਰ ਦੇ ਅੰਦਰ ਦੋਵਾਂ ਦੰਪਤੀ ਨੇ ਸਲਾਹ ਮਸ਼ਵਰਾ ਕਰਕੇ ਸਿਆਣੇ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਬੁਲਾਇਆ ਤੇ ਬੁਲਾ ਕਰਕੇ ਜਿਹੜਾ ਸਾਹਾ ਚਿੱਠੀ ਸੀ ਉਹ ਲਿਖਵਾਈ ਕਿ ਉਸਤਤੀ ਦੇ ਬਚਨ ਸਤਿਗੁਰਾਂ ਦੇ ਲਿਖੇ ਕਿ ਤੁਸੀਂ ਸਾਡੇ ਦਰ ਘਰ ਵਿੱਚ ਆਵੋ, ਸਾਡੇ ਤੁਸੀਂ ਗਰੀਬ ਨਿਵਾਜ ਹੋ, ਸਾਨੂੰ ਗਰੀਬਾਂ ਨੂੰ ਨਿਵਾਜਣ ਦੇ ਲਈ ਆਵੋ। ਇਸ ਪ੍ਰਕਾਰ ਬੇਨਤੀਆਂ ਦੇ ਜਿਹੜੇ ਬਚਨ ਉਸ ਸਾਹੀ ਚਿੱਠੀ ਦੇ ਵਿੱਚ ਇੱਕ ਸਿਆਣੇ ਗੁਰਸਿੱਖ ਨੂੰ ਬੁਲਾ ਕਰਕੇ ਭਾਈ ਰਾਮਾ ਜੀ ਨੇ ਲਿਖਵਾਉਣਾ ਕੀਤੇ। ਲਿਖ ਭੇਜਿਓ ਸਤਿਗੁਰ ਕੇ ਪਾਹਾ। ਉਹ ਜਿਹੜੀ ਸਾਹਾ ਚਿੱਠੀ ਸੀ ਜਿਸ ਨੂੰ ਆਪਾਂ ਪੁਰਾਣੇ ਸਮੇਂ ਦੇ ਅੰਦਰ ਐਸਾ ਮਾਹੌਲ ਹੁੰਦਾ ਸੀ, ਬਜ਼ੁਰਗ ਮਾਤਾਵਾਂ ਬਜ਼ੁਰਗ ਜਾਣਦੇ ਹਨ ਕਿ ਇਹ ਚਿੱਠੀ ਇੱਕ ਮਹਾਨ ਅਵਸਥਾ ਰੱਖਦੀ ਸੀ ਕਿ ਇਸ ਦੇ ਨਾਲ ਪਤਾ ਲੱਗਦਾ ਸੀ ਕਿ ਸਾਡੇ ਨਾਲ ਕਿਤਨਾ ਕੁ ਪ੍ਰੇਮ ਹੈ। ਸੋ ਉਸੇ ਪ੍ਰਕਾਰ ਹੀ ਭਾਈ ਰਾਮਾ ਜੀ ਨੇ ਕੀਤਾ ਕਿ ਸਤਿਗੁਰਾਂ ਦੀ ਉਸਤਤੀ ਦੇ ਬਚਨ ਲਿਖ ਕਰਕੇ ਇੱਕ ਸਿਆਣੇ ਗੁਰਸਿੱਖ ਨੂੰ ਸਤਿਗੁਰਾਂ ਦੇ ਪਾਸ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਣਾ ਕੀਤਾ। ਆਇਓ ਸਿੱਖ ਆ ਸਿੱਖ ਕੋ ਦੀਨ। ਉਸ ਵੇਲੇ ਜਦੋਂ ਉਹ ਜਿਹੜਾ ਸਾਹੇ ਚਿੱਠੀ ਵਾਲਾ ਗੁਰਸਿੱਖ ਜਦੋਂ ਸਤਿਗੁਰਾਂ ਦੇ ਹਜ਼ੂਰ ਆਇਆ, ਸਤਿਗੁਰਾਂ ਨੇ ਜਾਣਿਆ ਕਿ ਇਹ ਗੁਰਸਿੱਖ ਬਹੁਤ ਭਾਵਨਾ ਵਾਲਾ ਹੈ। ਆਉਂਦਿਆਂ ਨੂੰ ਪਹਿਲਾਂ ਹਾਲ ਚਾਲ ਪੁੱਛਿਆ, ਫਿਰ ਸਤਿਗੁਰਾਂ ਨੇ ਜਿਹੜੀ ਆਸਿਖ ਅਸ਼ੀਰਵਾਦ ਹੈ ਸਤਿਗੁਰਾਂ ਨੇ ਉਸ ਸਾਹੇ ਚਿੱਠੀ ਵਾਲੇ ਗੁਰਸਿੱਖ ਨੂੰ ਦੇਣਾ ਕੀਤੀ। ਕਿਤ ਤੇ ਆਇਓ ਬੂਝਨ ਕੀਨ। ਤੇ ਸਤਿਗੁਰਾਂ ਨੇ ਉਸ ਗੁਰਸਿੱਖ ਨੂੰ ਪੁੱਛਿਆ, ਚਾਹੇ ਸਤਿਗੁਰੂ ਜੀ ਦੀ ਐਸੀ ਅਵਸਥਾ ਹੈ ਕਿ ਘਟ ਘਟ ਕੇ ਅੰਤਰ ਕੀ ਜਾਣਤ, ਕਿਉਂਕਿ ਸਤਿਗੁਰਾਂ ਦੇ ਪਾਵਨ ਵਾਕ ਹਨ ਗੁਰ ਪਰਮੇਸ਼ਰ ਏਕੋ ਜਾਨ, ਕਿ ਗੁਰੂ ਔਰ ਪਰਮੇਸ਼ਰ ਦੇ ਅੰਦਰ ਕੋਈ ਫਰਕ ਨਹੀਂ। ਇਸ ਲਈ ਗੁਰੂ ਚਾਹੇ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਨੇ, ਉਹਨਾਂ ਨੂੰ ਪਿਛਲੇ ਸਮੇਂ ਦਾ ਵੀ ਗਿਆਤ ਹੈ ਤੇ ਆਉਣ ਵਾਲੇ ਸਮੇਂ ਦੀ ਵੀ ਉਹਨਾਂ ਨੂੰ ਚਾਨਣਾ ਹੈ। ਜਿਵੇਂ ਆਪਾਂ ਜਿਹੜੇ ਜੀਵ ਹਾਂ ਆਪਾਂ ਹਾਂ ਅਲਪੱਗ, ਤੇ ਜਿਹੜਾ ਪਰਮੇਸ਼ਰ ਹੈ ਜਾਂ ਸਾਡੇ ਗੁਰੂ ਸਾਹਿਬਾਨ ਜੀ ਹਨ ਉਹ ਹਨ ਸਰਬੱਗਯ। ਜਿਵੇਂ ਸੰਸਕ੍ਰਿਤ ਦੇ ਵਿੱਚ ਇਹ ਬਚਨ ਕਰਦੇ ਹਨ ਕਿ ਅਲਪਮ ਜਾਣਾ ਇਤੀ ਅਲਪੱਗਯ, ਜਿਹੜਾ ਥੋੜਾ ਜਾਣਦਾ ਹੋਵੇ, ਜਿਸ ਨੂੰ ਇੱਕ ਪਿੰਡ ਦਾ ਪਤਾ ਹੋਵੇ, ਇੱਕ ਸ਼ਹਿਰ ਦੀ ਨੌਲੇਜ ਹੋਵੇ ਜਾਂ ਇੱਕ ਸਬਜੈਕਟ ਬਾਰੇ ਜਾਣਦਾ ਹੋਵੇ, ਉਸ ਨੂੰ ਆਪਾਂ ਆਖਦੇ ਹਾਂ ਕਿ ਇਹ ਅਲਪੱਗ ਹੈ, ਭਾਵ ਥੋੜੀ ਬੁੱਧੀ ਵਾਲਾ ਹੈ। ਤੇ ਦੂਸਰਾ ਹੁੰਦਾ ਹੈ ਸਰਬੱਗਯ, ਸਰਬਮ ਜਾਣਾ ਇਤੀ ਸਰਵੱਗਯ, ਜਿਹਨੂੰ ਸਾਰਿਆਂ ਦੀ ਗਿਆਤ ਹੋਵੇ, ਘਟਾਂ ਘਟਾਂ ਦੇ ਹਿਰਦਿਆਂ ਦੀ ਜਾਣਨ ਵਾਲਾ ਹੋਵੇ, ਉਸ ਨੂੰ ਸਰਬੱਗ ਆਖਦੇ ਨੇ। ਤੇ ਜਿਹੜੇ ਗੁਰੂ ਸਾਹਿਬਾਨ ਜੀ ਹਨ ਇਹ ਵੀ ਸਰਬੱਗਯ ਹਨ, ਇਹ ਵੀ ਘਟ ਘਟ ਕੇ ਅੰਤਰ ਕੀ ਜਾਣਨ ਵਾਲੇ ਨੇ। ਪਰ ਫਿਰ ਵੀ ਸਤਿਗੁਰਾਂ ਦਾ ਦੇਖੋ ਕੈਸਾ ਨਿਮਰਤਾ ਭਰਿਆ ਸੁਭਾਅ ਹੋਵੇਗਾ। ਜਿਵੇਂ ਸਤਿਗੁਰਾਂ ਦੀ ਜਦੋਂ ਪਾਵਨ ਵਡਿਆਈ ਆਪਾਂ ਗੁਰਬਾਣੀ ਦੇ ਵਿੱਚ ਪੜ੍ਹ ਕੇ ਵੇਖਦੇ ਹਾਂ, ਤੇ ਸਤਿਗੁਰੂ ਜੀ ਦੇਖੋ ਕਦੇ ਤਾਂ ਸਾਨੂੰ ਆਪਣੇ ਸਿੱਖ ਸੋ ਸਿੱਖ ਸਖਾ, ਸਖਾ ਸ਼ਬਦ ਆਪਾਂ ਉਸ ਮਨੁੱਖ ਦੇ ਲਈ ਵਰਤਦੇ ਹਾਂ ਜਿਸ ਦੇ ਨਾਲ ਸਾਡਾ ਬਹੁਤ ਜ਼ਿਆਦਾ ਪ੍ਰੇਮ ਹੋਵੇ, ਕਿਉਂਕਿ ਇੱਕ ਦੋਸਤ ਹੁੰਦਾ ਹੈ, ਇੱਕ ਹੁੰਦਾ ਹੈ ਸਖਾ। ਦੋਸਤ ਹੁੰਦਾ ਹੈ ਆਮ ਜਿਸ ਦੇ ਨਾਲ ਬੋਲ ਚਾਲ ਹੋਵੇ, ਜਿਸ ਦੇ ਨਾਲ ਬਹੁਤ ਗੂੜਾ ਪ੍ਰੇਮ ਹੋਵੇ ਉਸ ਨੂੰ ਆਖਿਆ ਜਾਂਦਾ ਹੈ ਸਖਾ।
ਇਹ ਮੇਰਾ ਸਖਾ ਮਿੱਤਰ ਹੈ। ਤੇ ਸਤਿਗੁਰੂ ਜੀ ਵੀ ਦੇਖੋ ਜਦੋਂ ਸਾਨੂੰ ਉਪਦੇਸ਼ ਬਖਸ਼ਦੇ ਨੇ ਉਦੋਂ ਆਖਦੇ ਨੇ ਸੋ ਸਿੱਖ ਸਖਾ ਬੰਧਪ। ਦੇਖੋ ਸਾਨੂੰ ਸਖਾ ਵੀ ਆਖਿਆ, ਬੰਧਪ ਰਿਸ਼ਤੇਦਾਰ ਵੀ ਆਖਦੇ ਨੇ। ਤੇ ਜਦੋਂ ਅਸੀਂ ਹੋਰ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਵੇਖਦੇ ਹਾਂ, ਜਿਵੇਂ ਕਈਆਂ ਗ੍ਰੰਥਾਂ ਦੇ ਅੰਦਰ ਤਾਂ ਇੱਥੋਂ ਤੱਕ ਵੀ ਬਚਨ ਆਉਂਦੇ ਨੇ ਕਿ ਉਹਨਾਂ ਦੇ ਜਿਹੜੇ ਗੁਰੂ ਪੀਰ ਨੇ ਉਹ ਆਪਣੀ ਜਿਹੜੀ ਪਰਜਾ ਹੈ ਸਿੱਖ ਹਨ, ਉਹਨਾਂ ਨੂੰ ਭੇਡਾਂ ਬੱਕਰੀਆਂ ਆਖਦੇ ਨੇ ਕਿ ਇਹ ਮੇਰੀਆਂ ਭੇਡਾਂ ਬੱਕਰੀਆਂ ਨੇ, ਮੈਂ ਇਹਨਾਂ ਦਾ ਆਜੜੀ ਹਾਂ। ਪਰ ਸਾਡੇ ਗੁਰੂ ਸਾਹਿਬਾਨ ਦੇਖੋ, ਜਿਵੇਂ ਆਪਾਂ ਸੋਹਲਾ ਸਾਹਿਬਾਣੀ ਦੇ ਅੰਦਰ ਇਹ ਬਚਨ ਪੜ੍ਹਦੇ ਹਾਂ ਕਿ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਧੂਰੇ। ਆਪਣੇ ਆਪ ਨੂੰ ਪਹਿਲਾਂ ਦਾਸ ਕਿਹਾ, ਕਿਉਂਕਿ ਦਾਸ ਕਹਿ ਲੈਣਾ ਬਹੁਤ ਛੋਟੀ ਗੱਲ ਹੈ, ਪਰ ਦਾਸ ਬਣਨਾ ਬਹੁਤ ਵੱਡੀ ਗੱਲ ਹੈ। ਕਿਉਂਕਿ ਮੁੱਖ ਦੇ ਵਿੱਚੋਂ ਸ਼ਬਦ ਬੋਲ ਦੇਣਾ ਕਿ ਅਸੀਂ ਬਹੁਤ ਗਰੀਬ ਹਾਂ, ਬਹੁਤ ਨਿਮਰਤਾ ਵਾਲੇ ਹਾਂ, ਇਹ ਅਸਲ ਦੇ ਵਿੱਚ ਬਹੁਤ ਸੁਖੈਨ ਹੁੰਦਾ ਹੈ। ਪਰ ਉਸ ਤਰ੍ਹਾਂ ਦੇ ਬਣ ਜਾਣਾ ਇਹ ਇੱਕ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਲਈ ਸਤਿਗੁਰੂ ਦੇਖੋ, ਨਾਨਕ ਦਾਸ ਇਹ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਧੂਰੇ, ਕਿ ਮੈਨੂੰ ਇਹਨਾਂ ਜਿਹੜੇ ਮਹਾਤਮਾ ਹਨ ਇਹਨਾਂ ਦੀ ਮੈਨੂੰ ਧੂੜੀ ਬਣਾ ਦੇਣਾ ਕਰੋ, ਮੈਂ ਇਹਨਾਂ ਦੇ ਚਰਨਾਂ ਵਿੱਚ ਨਿਵਾਸ ਕਰਾਂ। ਐਸੇ ਜਿਹੜੇ ਮਹਾਨ ਸਤਿਗੁਰੂ ਹਨ ਅੱਜ ਤੱਕ ਦੁਨੀਆ ਦੇ ਵਿੱਚ ਹੋਏ ਨਹੀਂ। ਇਸ ਲਈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਪਾਵਨ ਬਚਨ ਲਿਖਦੇ ਹਨ ਕਿ ਉਹ ਜਦੋਂ ਗੁਰਸਿੱਖ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਇਆ, ਉਹਨਾਂ ਨੇ ਜਾਣਦਿਆਂ ਹੋਇਆਂ ਵੀ ਉਸ ਗੁਰਸਿੱਖ ਨੂੰ ਪੁੱਛਿਆ ਕਿ ਤੁਸੀਂ ਕਿਤ ਤੇ ਆਇਓ। ਕਹਿੰਦੇ ਕਿ ਭਾਈ ਗੁਰਸਿੱਖਾ ਦੱਸਣਾ ਕਰ, ਤੁਸੀਂ ਕਿੱਥੋਂ ਆਏ ਹੋ, ਬੂਝਣ ਕੀਨ। ਇਹ ਸਤਿਗੁਰਾਂ ਨੇ ਪੁੱਛਣਾ ਕੀਤਾ। ਸੋਨ ਬੋਲਿਓ ਰਾਮੇ ਮੁਝ ਭੇਜਾ। ਉਸ ਵੇਲੇ ਉਸ ਗੁਰਸਿੱਖ ਨੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਓ, ਮੈਨੂੰ ਤੁਹਾਡੇ ਸਾਕ ਸੰਬੰਧੀ ਵਾਲੇ ਤੁਹਾਡੇ ਕੁੜਮ ਜੋ ਭਾਈ ਰਾਮਾ ਜੀ ਹਨ ਉਹਨਾਂ ਨੇ ਤੁਹਾਡੇ ਪਾਸ ਭੇਜਣਾ ਕੀਤਾ ਹੈ। ਸਾਹ ਸਤਿਗੁਰ ਕੇ ਢਿੱਗ ਲੈ ਜਾ। ਉਹਨਾਂ ਨੇ ਮੈਨੂੰ ਆਖਿਆ ਹੈ ਕਿ ਤੁਸੀਂ ਸਤਿਗੁਰਾਂ ਦੇ ਪਾਸ ਜਿਹੜੀ ਸਾਹ ਚਿੱਠੀ ਹੈ ਉਹ ਸਤਿਗੁਰਾਂ ਦੇ ਪਾਸ ਲੈ ਕੇ ਜਾਣਾ ਕਰ। ਨਗਰ ਬਟਾਲੇ ਤੇ ਚੱਲ ਆਇਓ। ਇਸ ਪ੍ਰਕਾਰ ਸਤਿਗੁਰੂ ਜੀਓ, ਮੈਂ ਜਿਹੜਾ ਬਟਾਲਾ ਸ਼ਹਿਰ ਹੈ ਉੱਥੋਂ ਚੱਲ ਕੇ ਆਇਆ ਹਾਂ। ਇਸ ਹਿਤ ਕਰ ਗੁਰ ਦਰਸ਼ਨ ਪਾਇਓ। ਇਸ ਲਈ ਸਤਿਗੁਰੂ ਜੀਓ ਇਹ ਕਾਰਨ ਹੈ, ਇਹ ਜਿਹੜੀ ਸਾਹਾ ਚਿੱਠੀ ਮੈਂ ਤੁਹਾਨੂੰ ਦੇਣ ਦੇ ਲਈ ਤੁਹਾਡੇ ਪਾਸ ਆਇਆ ਹਾਂ, ਇਸ ਤਰ੍ਹਾਂ ਮੈਨੂੰ ਆਪ ਜੀ ਦੇ ਦਰਸ਼ਨ ਪ੍ਰਾਪਤ ਹੋਏ ਹਨ। ਉਦੈ ਭਾਗ ਨਰ ਕੇ ਜਬ ਹੋਏ। ਭਾਈ ਗੁਰਸਿੱਖ ਭਾਵਨਾ ਦੇ ਨਾਲ ਆਖਣ ਲੱਗਾ ਕਿ ਸਤਿਗੁਰੂ ਜੀਓ, ਇਹ ਤਾਂ ਇੱਕ ਬਹਾਨਾ ਬਣਿਆ ਹੈ। ਦੇਖੋ ਪੁਰਾਣੇ ਸਮੇਂ ਦੇ ਅੰਦਰ ਜਿਹੜੇ ਗੁਰਸਿੱਖ ਹੋਏ ਨੇ ਉਹ ਕੈਸੀ ਭਾਵਨਾ ਵਾਲੇ ਨੇ। ਅੱਜ ਕੱਲ੍ਹ ਐਸਾ ਮਾਹੌਲ ਬਣਿਆ ਹੋਇਆ ਕਿ ਹਰ ਕੋਈ ਵਿਚਾਰ ਕਰਨ ਦੇ ਲਈ ਤੁਰਿਆ ਹੋਇਆ ਕਿ ਮੇਰੇ ਨਾਲ ਕੋਈ ਵਿਚਾਰ ਕਰੇ। ਪਰ ਜਦੋਂ ਅਸੀਂ ਪਾਵਨ ਇਤਿਹਾਸ ਨੂੰ ਪੜ੍ਹ ਕੇ ਵੇਖਦੇ ਹਾਂ, ਸਾਨੂੰ ਕਿਤੇ ਵੀ ਇਹ ਗੱਲ ਨਹੀਂ ਮਿਲਦੀ ਕਿ ਕਿਸੇ ਇੱਕ ਗੁਰਸਿੱਖ ਨੇ ਸਤਿਗੁਰਾਂ ਦੇ ਨਾਲ ਵਿਚਾਰ ਕੀਤੀ ਹੋਵੇ। ਜਦੋਂ ਵੀ ਕੀਤੀ ਹੈ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀਓ, ਮੈਨੂੰ ਇਹ ਜਿਹੜੀ ਗੱਲ ਹੈ ਉਹ ਦੱਸਣਾ ਕਰੋ, ਮੇਰੇ ਮਨ ਦੇ ਅੰਦਰ ਇਹ ਸ਼ੰਕਾ ਹੈ, ਇਸ ਨੂੰ ਨਿਵਰਤ ਕਰੋ। ਕਦੇ ਵੀ ਸਤਿਗੁਰਾਂ ਦੇ ਨਾਲ ਵਿਚਾਰ ਨਹੀਂ ਕੀਤੀ, ਕਿਉਂਕਿ ਜਿਹੜੀ ਵਿਚਾਰ ਹੈ ਉਹ ਬਰਾਬਰ ਦੇ ਨਾਲ ਹੁੰਦੀ ਹੈ। ਜਿਵੇਂ ਤੁਸੀਂ ਕੋਈ 4 ਗ੍ਰੰਥ ਪੜ੍ਹੇ ਹੋ, ਸਾਹਮਣੇ ਵਾਲੇ ਨੇ ਵੀ ਕਿ ਕੋਈ 2-4 ਗ੍ਰੰਥ ਪੜ੍ਹੇ ਹੋਣ, ਉਹ ਜਿਹੜੀ ਵਿਚਾਰ ਹੈ ਉਦੋਂ ਹੁੰਦੀ ਹੈ। ਜਦੋਂ ਊੜੇ ਤੋਂ ਇੱਲ ਨਹੀਂ ਆਉਂਦਾ ਫਿਰ ਨਹੀਂ ਵਿਚਾਰ ਹੋ ਸਕਦੀ, ਫਿਰ ਤਾਂ ਵਿਚਾਰ ਪੁੱਛੀ ਜਾ ਸਕਦੀ ਹੈ। ਇਸ ਲਈ ਉਸ ਭਾਵਨਾ ਵਾਲੇ ਗੁਰਸਿੱਖ ਨੇ ਆਖਿਆ ਕਿ ਸਤਿਗੁਰੂ ਜੀਓ, ਮੈਂ
ਭਾਈ ਰਾਮਾ ਜੀ ਦੇ ਕਹਿਣ ਕਰਕੇ ਤੁਹਾਡੇ ਪਾਸ ਆਇਆ ਹਾਂ। ਇਹ ਤਾਂ ਇੱਕ ਸਬੱਬ ਬਣਿਆ ਹੈ। ਮੇਰੇ ਕਹਿੰਦੇ ਕੋਈ ਪੂਰਬਲੇ ਭਾਗ ਸਨ ਜਿਹੜੇ ਉਦੇ ਹੋ ਗਏ, ਜਿਹੜੇ ਪ੍ਰਗਟ ਹੋ ਗਏ, ਜਿਸ ਕਰਕੇ ਤੁਹਾਡੇ ਜਿਹੜੇ ਦਰਸ਼ਨ ਨੇ ਉਹ ਪ੍ਰਾਪਤ ਹੋਣਾ ਕੀਤੇ ਹਨ। ਤਬ ਰਾਵਰ ਕਉ ਦਰਸ਼ਨ ਜੋਏ। ਉਦੋਂ ਹੀ ਜਦੋਂ ਮੇਰੇ ਚੰਗੇ ਭਾਗ ਜਾਗੇ, ਉਦੋਂ ਹੀ ਜਿਹੜੇ ਤੁਹਾਡੇ ਪਾਵਨ ਦਰਸ਼ਨ ਹਨ ਮੈਨੂੰ ਪ੍ਰਾਪਤ ਹੋਣਾ ਕੀਤੇ ਹਨ। ਰਾਮੇ ਕਹੀ ਬੰਦਨਾ ਕਰਨ। ਤੇ ਨਾਲ ਹੀ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਆਪ ਜੀ ਦੇ ਹਜੂਰ ਸਿਰਫ ਭਾਈ ਰਾਮਾ ਜੀ ਨੇ ਕੇਵਲ ਇਹ ਚਿੱਠੀ ਨਹੀਂ ਭੇਜੀ, ਉਹਨਾਂ ਨੇ ਆਪ ਜੀ ਨੂੰ, ਆਪ ਜੀ ਦੇ ਚਰਨ ਕਮਲਾਂ ਵਿੱਚ ਬੰਦਨਾ ਵੀ ਭੇਜੀ ਹੈ। ਜਿਵੇਂ ਅੱਜ ਦੇ ਸਮੇਂ ਦੇ ਵਿੱਚ ਆਪਾਂ ਆਖ ਦਿੰਦੇ ਹਾਂ ਕਿ ਤੁਸੀਂ ਹਜੂਰ ਸਾਹਿਬ ਚੱਲੇ ਹੋ, ਸਾਡੀ ਵੀ ਅਰਦਾਸ ਕਰਦੇ ਆਇਓ। ਜਾਂ ਆਪਾਂ ਕਿਸੇ ਗੁਰਸਿੱਖ ਨੂੰ ਆਖਦੇ ਹਾਂ ਕਿ ਤੁਸੀਂ ਮੇਰੇ ਉਸਤਾਦ ਜਾਂ ਫਲਾਣੇ ਗੁਰਸਿੱਖ ਨੂੰ ਮੇਰੀ ਫਤਿਹ ਬੁਲਾਇਓ। ਉਸੇ ਪ੍ਰਕਾਰ ਹੀ ਭਾਈ ਰਾਮਾ ਜੀ ਨੇ ਕੀਤਾ। ਉਸ ਗੁਰਸਿੱਖ ਨੂੰ ਆਖਿਆ ਕਿ ਤੁਸੀਂ ਇਹ ਜਿਹੜੀ ਸਾਹੇ ਚਿੱਠੀ ਲਿਖਾ ਸਤਿਗੁਰਾਂ ਨੂੰ ਫੜਾ ਕਰਕੇ ਫਿਰ ਉਸ ਤੋਂ ਬਾਅਦ ਆਖਿਓ ਕਿ ਮੇਰੀ ਚਰਨ ਬੰਦਨਾ ਹੈ, ਮੇਰੀ ਨਮਸਕਾਰ ਪ੍ਰਵਾਨ ਕਰਨਾ ਕਰਿਓ। ਬਿਨਤੀ ਸਹਿਤ ਆਪ ਕੇ ਚਰਨ। ਆਪ ਜੀ ਨੂੰ ਬਹੁਤ ਭਾਵਨਾ ਦੇ ਨਾਲ ਬਿਨਤੀ ਕਰਦਿਆਂ ਹੋਇਆਂ, ਬੇਨਤੀ ਦੇ ਵਾਕ ਕਹਿੰਦਿਆਂ ਹੋਇਆਂ ਕਿ ਤੁਹਾਡਾ ਜਿਹੜਾ ਸੁਭਾਅ ਹੈ ਉਹ ਗਰੀਬ ਨਿਵਾਜ ਹੈ, ਤੁਸੀਂ ਨਿਤਾਣਿਆਂ ਦੇ ਤਾਣ ਹੋ, ਤੁਸੀਂ ਨਿਵਾਜਿਆਂ ਦੇ ਨਿਵਾਜ ਹੋ। ਇਸ ਪ੍ਰਕਾਰ ਬੇਨਤੀਆਂ ਦੇ ਬਚਨ ਆਖਦਿਆਂ ਹੋਇਆਂ ਉਹਨਾਂ ਨੇ ਤੁਹਾਨੂੰ ਚਰਨ ਬੇਂਦਨਾ ਭੇਜੀ ਹੈ। ਸਿੱਖ ਤੇ ਲੈ ਪਾਤੀ ਪਠਵਾਈ। ਉਸ ਤੋਂ ਬਾਅਦ ਸਤਿਗੁਰਾਂ ਨੇ ਕੀਤਾ ਕਿ ਉਸ ਭਾਵਨਾ ਵਾਲੇ ਗੁਰਸਿੱਖ ਤੋਂ ਜਿਹੜੀ ਸਾਹੇ ਦੀ ਚਿੱਠੀ ਸੀ ਉਸ ਨੂੰ ਇੱਕ ਗੁਰਸਿੱਖ ਦੀ ਡਿਊਟੀ ਲਾ ਕਰਕੇ ਉਹ ਜਿਹੜੀ ਚਿੱਠੀ ਦੇ ਵਿੱਚ ਲਿਖੇ ਹੋਏ ਬਚਨ ਸਨ ਉਹਨਾਂ ਨੂੰ ਪੜ੍ਹਾਉਣਾ ਕੀਤਾ। ਮਾਸ ਵਿਸਾਖ ਮਹਾ ਸੁਖਦਾਈ। ਉਸ ਵਿੱਚ ਲਿਖਿਆ ਹੋਇਆ ਸੀ ਕਿ ਜਿਹੜਾ ਵਿਸਾਖ ਦਾ ਮਹੀਨਾ ਜੋ ਪਾਵਨ ਚੜ੍ਹਿਆ ਹੈ, ਜਿਹੜਾ ਬਹੁਤ ਸੁਖਾਂ ਨੂੰ ਦੇਣ ਵਾਲਾ ਹੈ। ਸਾਹਾ ਮੈਂ ਅਛੋ ਸੁਧਵਾਇਓ। ਸਤਿਗੁਰਾਂ ਨੂੰ ਬੇਨਤੀ ਕੀਤੀ ਭਾਈ ਰਾਮਾ ਜੀ ਨੇ ਉਸ ਚਿੱਠੀ ਦੇ ਵਿੱਚ ਕਿ ਮੈਂ ਜਿਹੜੇ ਸਿਆਣੇ ਸਿਆਣੇ ਗੁਰਸਿੱਖ ਨੇ ਉਹਨਾਂ ਨੂੰ ਪੁੱਛ ਕਰਕੇ ਇਹ ਜਿਹੜਾ ਵਿਸਾਖ ਦਾ ਮਹੀਨਾ ਹੈ ਇਹ ਮੈਂ ਬੜਾ ਭਲਾ ਜਾਣਿਆ ਹੈ ਕਿ ਇਸ ਸਮੇਂ ਆਪਾਂ ਜਿਹੜੀ ਵਿਆਹ ਸ਼ਾਦੀ ਦੀ ਜਿਹੜੀ ਰਸਮ ਹੈ ਉਹ ਅਦਾ ਕਰਨਾ ਕਰੀਏ। ਅੰਗੀਕਾਰ ਤੁਮ ਹੈ ਬਨ ਆਇਓ। ਕਹਿੰਦੇ ਕਿ ਇਹ ਤਾਂ ਹੈ ਜੇ ਤੁਹਾਨੂੰ ਪ੍ਰਵਾਨ ਹੈ। ਦੇਖੋ ਭਾਈ ਰਾਮਾ ਜੀ ਵੀ ਕੈਸੀ ਉੱਚੀ ਬਿਰਤੀ ਵਾਲੇ ਹੋਣਗੇ। ਉਹਨਾਂ ਨੇ ਇਹ ਨਹੀਂ ਆਖਿਆ ਕਿ ਇਹ ਤਰੀਕ ਰੱਖ ਦਿੱਤੀ ਹੈ, ਉਹਨਾਂ ਨੇ ਆਖਿਆ ਹੈ ਅੰਗੀਕਾਰ ਤੁਮ ਹੈ ਬਨ ਆਇਓ। ਕਹਿੰਦੇ ਕਿ ਜੇ ਤੁਹਾਨੂੰ ਬਣ ਆਉਂਦਾ ਹੈ ਫਿਰ ਪ੍ਰਵਾਨ ਕਰਿਓ। ਦੇਖੋ ਕੈਸੀ ਭਾਵਨਾ ਵਾਲੇ ਭਾਈ ਰਾਮਾ ਜੀ ਹੋਣਗੇ, ਜਿਨ੍ਹਾਂ ਦੇ ਮਨ ਦੇ ਵਿੱਚ ਉੱਕਾ ਵੀ ਇਹ ਖਿਆਲ ਨਹੀਂ ਆਇਆ ਕਿ ਅਸੀਂ ਬਰਾਬਰ ਦੇ ਹਾਂ। ਨਹੀਂ ਤੇ ਕਈ ਵਾਰ ਦੇਖੋ ਕੈਸੇ ਕੈਸੇ ਗੁਰਸਿੱਖ ਵੀ ਹੋਏ ਨੇ। ਇੱਕ ਵਾਰ ਤੇ ਐਸਾ ਵੀ ਸਮਾਂ ਆਇਆ ਸੀ ਕਿ ਭਾਈ ਗੁਰਦਾਸ ਸਾਹਿਬ ਜੀ ਨੂੰ ਵੀ ਮਾਣ ਹੋ ਗਿਆ ਸੀ। ਪਰ ਦੇਖੋ ਭਾਈ ਰਾਮਾ ਜੀ ਕਿੰਨੀ ਨਿਮਰਤਾ ਵਾਲੇ ਨੇ ਕਿ ਜਿਹੜੇ ਸਤਿਗੁਰਾਂ ਨੂੰ ਐਸੇ ਬਚਨ ਆਖ ਰਹੇ ਹਨ ਕਿ ਜੇ ਤੁਹਾਨੂੰ ਪ੍ਰਵਾਨ ਹੈ ਫਿਰ ਹੀ ਅੰਗੀਕਾਰ ਕਰਨਾ ਕਰਿਓ। ਸਤਿਗੁਰ ਕੇ ਮੰਦਰ ਸੁਧ ਗਈ। ਉਸ ਵੇਲੇ ਜਦੋਂ ਸਾਰੀ ਚਿੱਠੀ ਪੜ੍ਹ ਕਰਕੇ ਸਤਿਗੁਰਾਂ ਨੂੰ ਸੁਣਾਈ, ਇਹ ਜਿਹੜੀ ਖਬਰਸਾਰ ਹੈ ਗੁਰੂ ਕੇ ਮਹਿਲਾਂ ਵਿੱਚ ਵੀ ਜਾਣਾ ਕੀਤੀ। ਗੁਰੂ ਕੇ ਮਹਿਲਾਂ ਦੇ ਅੰਦਰ ਜਿੱਥੇ ਮਾਤਾ ਗੰਗਾ ਜੀ, ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ ਸਤਿਗੁਰਾਂ ਦੇ ਮਹਿਲ ਵਿਰਾਜਦੇ ਹਨ, ਉੱਥੇ ਇਹ ਜਿਹੜੀ ਚਿੱਠੀ ਹੈ ਇਸ ਦੀ ਜਿਹੜੀ ਖਬਰਸਾਰ ਜਾਣਾ ਕੀਤੀ। ਸਭ ਸੁਨ ਕਰ ਮਨ ਮੋਦਤ ਭਈ। ਤੇ ਉਸ ਵੇਲੇ ਜਿਸ ਨੇ ਵੀ ਇਸ ਆਈ ਹੋਈ ਚਿੱਠੀ ਦੇ ਬਚਨ ਸੁਣੇ, ਸਾਰਿਆਂ ਨੇ ਹੀ ਮਨ ਦੇ ਅੰਦਰ ਬਹੁਤ ਜਿਹੜੀ ਮੋਦਤ ਖੁਸ਼ੀ ਹੈ ਉਹ ਹੋਣਾ ਕੀਤੀ। ਗੰਗਾ ਕਹਿਓ ਕਾਜ ਭਾ ਆਛੋ। ਤੇ ਉਸ ਵੇਲੇ ਮਾਤਾ ਗੰਗਾ ਜੀ ਨੇ ਵੀ ਆਖਿਆ ਕਿ ਇਹ ਜਿਹੜਾ ਕਾਜ ਹੈ ਬਹੁਤ ਚੰਗਾ ਹੈ,
ਬਹੁਤ ਵਧੀਆ ਵਿਚਾਰ ਭਾਈ ਰਾਮਾ ਜੀ ਨੇ ਸਿਆਣੇ ਗੁਰਸਿੱਖਾਂ ਦੇ ਨਾਲ ਕਰਕੇ ਇਹ ਸਾਹੀ ਦੀ ਜਿਹੜੀ ਚਿੱਠੀ ਭੇਜੀ ਹੈ, ਇਹ ਬਹੁਤ ਚੰਗਾ ਕਾਰਜ ਬਣ ਆਇਆ ਹੈ। ਉਤ ਸਭ ਦੇਖਨ ਕੋ ਬਹੁ ਬਾਂਛੋ। ਮਾਤਾ ਗੰਗਾ ਜੀ ਨੇ ਆਖਿਆ ਕਿ ਮੇਰਾ ਵੀ ਮਨ, ਮੇਰੇ ਵੀ ਬਹੁਤ ਖਿਆਲ ਆਉਂਦੇ ਸਨ ਕਿ ਬਹੁਤ ਲੰਮਾ ਸਮਾਂ ਹੋ ਗਿਆ ਹੈ, ਗੁਰੂ ਘਰ ਦੇ ਅੰਦਰ ਕੋਈ ਉਤਸਵ ਨਹੀਂ ਹੋਇਆ, ਕੋਈ ਐਸਾ ਸਮਾਗਮ ਨਹੀਂ ਹੋਇਆ ਜਿਸ ਸਮੇਂ ਬਹੁਤੇ ਰਿਸ਼ਤੇਦਾਰ, ਬਹੁਤੀਆਂ ਸੰਗਤਾਂ ਗੁਰੂ ਕੇ ਦਰਬਾਰ ਵਿੱਚ ਆਈਆਂ ਹੋਣ। ਮੇਰੇ ਮਨ ਦੇ ਅੰਦਰ ਵੀ ਇੱਛਾ ਸੀ ਕਿ ਕੋਈ ਐਸਾ ਜਿਹੜਾ ਸਮਾਗਮ ਹੋਵੇ, ਇਸ ਲਈ ਇਹ ਜਿਹੜੀ ਵਿਚਾਰ ਹੈ ਉਹ ਬਹੁਤ ਚੰਗੀ ਬਣ ਆਈ ਹੈ। ਸਿੱਖ ਕੀ ਸੇਵਾ ਸੌਂਪ ਕਰ ਗਏ। ਉਸ ਵੇਲੇ ਉਹ ਜਿਹੜਾ ਗੁਰਸਿੱਖ ਚਿੱਠੀ ਲੈ ਕੇ ਆਇਆ ਸੀ, ਉਸ ਦੀ ਜਿਹੜੀ ਸੇਵਾ ਹੈ ਮਾਤਾ ਗੰਗਾ ਜੀ ਨੇ ਗੁਰਸਿੱਖਾਂ ਨੂੰ ਕਹਿ ਕਰਕੇ ਬਹੁਤ ਭਾਵਨਾ ਦੇ ਨਾਲ ਸੇਵਾ ਕਰਵਾਈ, ਔਰ ਨਾਲ ਹੀ ਉਹ ਜਿਹੜੀ ਚਿੱਠੀ ਸੀ ਮਾਤਾ ਗੰਗਾ ਜੀ ਨੂੰ ਦੇ ਕਰਕੇ ਉਹ ਗੁਰਸਿੱਖ ਵਾਪਸ ਆ ਜਾਣਾ ਕੀਤਾ। ਸਤਿਗੁਰ ਮੰਦਰ ਪ੍ਰਾਪਤ ਭਏ। ਤੇ ਉਸ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਹੜੇ ਪਹਿਲਾਂ ਤਖਤ ਸਾਹਿਬ ਉੱਪਰ ਵਿਰਾਜਮਾਨ ਸਨ, ਤਖਤ ਸਾਹਿਬ ਤੋਂ ਉੱਠ ਕਰਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਮਹਿਲਾਂ ਦੇ ਵਿੱਚ ਜਾਣਾ ਕੀਤਾ। ਆਤ ਪ੍ਰਸੰਨ ਹੋਏ ਬੂਝਨ ਕੀਨੇ। ਸਤਿਗੁਰਾਂ ਨੇ ਮਾਤਾ ਗੰਗਾ ਜੀ ਦੇ ਪਾਸੋਂ ਬਹੁਤ ਖੁਸ਼ ਦਿਲੀ ਦੇ ਨਾਲ ਪ੍ਰਸੰਨ ਚਿੱਤ ਹੋ ਕਰਕੇ ਮਾਤਾ ਗੰਗਾ ਜੀ ਨੂੰ ਪੁੱਛਣਾ ਕੀਤਾ, ਕੌਣ ਮਾਸ ਕੋ ਸਾਹਾ ਦੀਨੇ। ਦੇਖੋ ਸਤਿਗੁਰੂ ਜੀ ਵੀ ਚਾਹੇ ਦੁਨੀਆ ਦੇ ਮਾਲਕ ਹਨ, ਪਰ ਫਿਰ ਵੀ ਉਹਨਾਂ ਨੇ ਮਾਤਾ ਜੀ ਤੋਂ ਆਗਿਆ ਲਈ ਕਿ ਮਾਤਾ ਜੀ ਤੁਸੀਂ ਵੀ ਦੱਸਣਾ ਕਰੋ ਕਿ ਕਿਹੜਾ ਮਹੀਨਾ ਚੰਗਾ ਹੈ। ਆਪਣੇ ਸਾਕ ਸੰਬੰਧੀਆਂ ਨੇ, ਭਾਈ ਰਾਮਾ ਜੀ ਨੇ ਤਾਂ ਵਿਸਾਖ ਦਾ ਮਹੀਨਾ ਲਿਖ ਕੇ ਭੇਜਿਆ ਹੈ, ਤੁਸੀਂ ਵੀ ਦੱਸਣਾ ਕਰੋ ਕਿ ਕਿਹੜਾ ਮਹੀਨਾ ਚੰਗਾ ਹੈ। ਕਿਉਂਕਿ ਚਾਹੇ ਜਿਹੜੇ ਬੱਚੇ ਹਨ ਉਹ ਕਿਤਨੇ ਵੀ ਸਿਆਣੇ ਹੋ ਜਾਣ, ਪਰ ਫਿਰ ਵੀ ਉਹ ਮਾਤਾ ਪਿਤਾ ਦੀ ਜਿਹੜੀ ਬਿਰਤੀ ਹੈ ਉਸ ਤੋਂ ਨਹੀਂ ਜਾਣੂ ਹੋ ਸਕਦੇ, ਕਿਉਂਕਿ ਆਪਣੀ ਜਿੰਨੀ ਉਮਰ ਹੁੰਦੀ ਹੈ ਉਸ ਤੋਂ ਬਹੁਤ ਲੰਬੇ ਸਮੇਂ ਤੱਕ ਉਹਨਾਂ ਦੇ ਤਜਰਬੇ ਹੁੰਦੇ ਨੇ। ਕਿਉਂਕਿ ਜੀਵਨ ਨੂੰ ਜਿਉਣ ਦੇ ਲਈ ਜਿਹੜੇ ਤਜਰਬੇ ਨੇ ਉਹ ਵੀ ਬੜੇ ਲਾਜ਼ਮੀ ਨੇ। ਇਸ ਲਈ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਆਪਣੇ ਸਰੀਰ ਦੇ ਉੱਪਰ ਹਰ ਇੱਕ ਸੁੱਖ ਨੂੰ, ਦੁੱਖ ਨੂੰ ਹੰਢਾਇਆ ਹੁੰਦਾ ਹੈ। ਇਸ ਲਈ ਘਰ ਪਰਿਵਾਰ ਦੇ ਅੰਦਰ ਜਿਹੜੇ ਬਜ਼ੁਰਗਾਂ ਦੀ ਸਲਾਹ ਨਹੀਂ ਲਈ ਜਾਂਦੀ, ਉਹ ਘਰ ਕਦੇ ਵੀ ਕਾਮਯਾਬੀ ਦੇ ਰਾਹ ਉੱਪਰ ਨਹੀਂ ਚੱਲ ਸਕਦਾ। ਇਸ ਲਈ ਸਤਿਗੁਰੂ ਜੀ ਦੇਖੋ ਕੈਸੀ ਸਿਆਣੀ ਬਿਰਤੀ ਵਾਲੇ ਨੇ। ਸਤਿਗੁਰਾਂ ਨੇ ਵੀ ਮਾਤਾ ਗੰਗਾ ਜੀ ਦੇ ਪਾਸ ਬੇਨਤੀ ਕੀਤੀ ਕਿ ਮਾਤਾ ਜੀ ਤੁਸੀਂ ਦੱਸਣਾ ਕਰੋ ਕਿ ਕਿਹੜਾ ਮਹੀਨਾ ਚੰਗਾ ਬਣ ਆਉਂਦਾ ਹੈ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਜੀ। ਇਸ ਪ੍ਰਕਾਰ ਸ੍ਰੀ ਸੋਭਾ ਵਾਲੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਖਿਓ ਸਭਨ ਸੁਨਾਏ। ਤੇ ਉਸ ਵੇਲੇ ਬਚਨ ਆਖੇ ਮਾਤਾ ਜੀ ਨੇ ਵੀ ਆਖ ਦੇਣਾ ਕੀਤਾ ਕਿ ਪੁੱਤਰ ਜੀ, ਜਿਹੜਾ ਇਹਨਾਂ ਨੇ ਮਹੀਨਾ ਲਿਖ ਕੇ ਵੈਸਾਖ ਦਾ ਭੇਜਿਆ ਹੈ, ਇਹ ਹੀ ਸ਼ੁਭ ਚੰਗਾ ਹੈ। ਇਸ ਦੇ ਅਨੁਸਾਰ ਹੀ ਜਿਹੜਾ ਵਿਆਹ ਦਾ ਦਿਨ ਹੈ ਉਹ ਤੈਅ ਕੀਤਾ ਜਾਵੇ। ਤੇ ਪਾਵਨ ਇਤਿਹਾਸ ਦੇ ਅੰਦਰ 21 ਵੈਸਾਖ ਵਾਲੇ ਦਿਨ ਆਪ ਜੀ ਦੀ ਜਿਹੜੀ ਬਾਬਾ ਗੁਰਦਿੱਤਾ ਜੀ ਦੀ ਜਿਹੜੀ ਸ਼ਾਦੀ ਸੀ, ਵਿਆਹ ਸੀ, ਉਹ ਹੋਇਆ ਸੀ। ਇਸ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਬਚਨ ਲਿਖਦੇ ਹਨ ਕਿ ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਪਾਵਨ ਮੁਖਾਰ ਬਿੰਦ ਤੋਂ ਇਹ ਬਚਨ ਆਖਣਾ ਕੀਤੇ। ਮਾਸ ਵਿਸਾਖ 21ਵੀਂ ਸੋਧਿਓ ਲਿਖਿਓ ਬਨਾਏ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਇਹ ਮਾਤਾ ਗੰਗਾ ਜੀ, ਇਹ ਭਾਈ ਗੁਰਸਿੱਖੋ, ਜਿਹੜੀ 21 ਵੈਸਾਖ ਵਾਲਾ ਦਿਨ ਹੈ ਉਹ ਇਸ ਪਾਵਨ ਚਿੱਠੀ ਦੇ ਵਿੱਚ ਔਰ ਸਾਡੇ ਅਨੁਸਾਰ
ਜਿਹੜਾ ਇਹ ਵਿਆਹ ਦਾ ਦਿਨ ਹੈ ਉਹ ਤੈਅ ਕੀਤਾ ਗਿਆ ਹੈ। ਸੋਨ ਸਭ ਬਿਖੈ ਆਨੰਦ ਭਾ। ਇਸ ਪ੍ਰਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਹ ਬਚਨ ਗੁਰਸਿੱਖ ਸੰਗਤਾਂ ਨੇ ਸੁਣੇ ਕਿ 21 ਵੈਸਾਖ ਵਾਲਾ ਦਿਨ ਤੈਅ ਹੋਇਆ ਹੈ, ਸਾਰਿਆਂ ਨੂੰ ਬਹੁਤ ਖੁਸ਼ੀ ਪ੍ਰਸੰਨਤਾ ਹੋਈ। ਮੰਗਲ ਮਹਿਦ ਪ੍ਰਸੰਗ। ਤੇ ਜਿਹੜੇ ਮਹਿਦ ਬਹੁਤੀ ਖੁਸ਼ੀ ਵਾਲੇ ਪ੍ਰਸੰਗ ਨੇ ਉਹ ਸ਼ੁਰੂ ਹੋਏ, ਕਿਉਂਕਿ ਸਾਰਿਆਂ ਨੂੰ ਚਾਅ ਹੋਇਆ ਕਿ ਬਾਬਾ ਗੁਰਦਿੱਤਾ ਜੀ ਦਾ ਵਿਆਹ ਹੋਵੇਗਾ। ਅਸੀਂ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਮਠਿਆਈਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਖੁਸ਼ੀਆਂ ਨੇ, ਗੁਰਬਾਣੀ ਦੇ ਜਿਹੜੇ ਕੀਰਤਨ ਦੇ ਰਾਹੀਂ ਗੀਤ ਗਾਏ ਜਾਣਗੇ, ਐਸੀਆਂ ਖੁਸ਼ੀਆਂ ਨੂੰ ਜਾਣਦੇ ਹੋਏ ਆਪਸ ਦੇ ਵਿੱਚ ਜਿਹੜੀਆਂ ਮਾਤਾਵਾਂ ਹਨ ਔਰ ਇਸੇ ਪ੍ਰਕਾਰ ਜਿਹੜੀਆਂ ਗੁਰਸਿੱਖ ਸੰਗਤਾਂ ਇਕੱਠੀਆਂ ਹੋਈਆਂ ਸਨ, ਉਹਨਾਂ ਨੇ ਇਹ ਜਿਹੜੇ ਸਾਰੇ ਪ੍ਰਸੰਗ ਆਪਸ ਦੇ ਵਿੱਚ ਕਰਨਾ ਕੀਤੇ। ਸਹਿਤ ਸਨੂਖਾ ਤੀਨ ਕੇ। ਤੇ ਉਧਰ ਮਾਤਾ ਗੰਗਾ ਜੀ ਨੇ ਆਪਣੀਆਂ ਤਿੰਨਾਂ ਨੌਹਾਂ ਦੇ ਨਾਲ ਇਹ ਸਾਰੀ ਜਿਹੜੀ ਵਾਰਤਾ ਹੈ ਉਹ ਦੱਸਣਾ ਕੀਤੀ ਕਿ ਕਿਸ ਕਿਸ ਪ੍ਰਕਾਰ ਆਪਾਂ ਜਿਹੜੀ ਤਿਆਰੀ ਹੈ ਉਹ ਕਰਨਾ ਹੈ। ਹਿਰਦੇ ਉਮੰਗਤ ਗੰਗ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੰਗਾ ਜੀ ਵੀ ਆਪਣੇ ਮਨ ਦੇ ਅੰਦਰ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੁਣ ਕਰਕੇ ਬਹੁਤ ਉਮੰਗਤ ਹੋਏ, ਬਹੁਤ ਖੁਸ਼ੀ ਦੇ ਸਹਿਤ ਹੋਏ। ਗੀਤ ਮੰਗਲਾਚਾਰ ਕੇ। ਇਸ ਪ੍ਰਕਾਰ ਜਿਹੜੇ ਗੀਤ ਮੰਗਲਾਚਾਰ ਕੇ ਗੁਰਸਿੱਖਾਂ ਨੂੰ, ਰਬਾਬੀ ਗੁਰਸਿੱਖਾਂ ਨੂੰ ਆਖਿਆ ਕਿ ਆਪਣੇ ਘਰ ਦੇ ਅੰਦਰ ਖੁਸ਼ੀਆਂ ਵਾਲਾ ਦਿਨ ਆਇਆ ਹੈ, ਇਸ ਲਈ ਤੁਸੀਂ ਬਹੁਤ ਖੁਸ਼ੀਆਂ ਵਾਲੇ ਜਿਹੜੇ ਸ਼ਬਦ ਹਨ, ਜਿਹੜੇ ਵਾਕ ਹਨ, ਉਹਨਾਂ ਨੂੰ ਗਾਵਣਾ ਕਰੋ। ਇੱਕ ਬੈਨੀ ਮਿਲ ਗਾਏ। ਇਸ ਪ੍ਰਕਾਰ ਜਿਹੜੀਆਂ ਸਿਆਣੀਆਂ ਜਿਹੜੀਆਂ ਗੁਰਸਿੱਖ ਮਾਤਾਵਾਂ ਸਨ, ਗੁਰਸਿੱਖ ਭੈਣਾਂ ਸਨ, ਉਹਨਾਂ ਨੇ ਵੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਗੁਰਬਾਣੀ ਨੂੰ ਧਾਰਨਾ ਰੂਪ ਵਿੱਚ ਜਿਹੜੇ ਗੀਤ ਸਨ ਉਹ ਗਾਉਣਾ ਕੀਤੇ। ਗੁਰ ਕੈ ਉਤਸਵ ਬਿਦਤਿਓ। ਇਸ ਪ੍ਰਕਾਰ ਸਾਰੇ ਸੰਸਾਰ ਦੇ ਅੰਦਰ ਇਹ ਜਿਹੜਾ ਆਉਣ ਵਾਲਾ ਉਸਤਤ ਸੀ, ਸਮਾਗਮ ਸੀ, ਇਹ ਸਾਰੇ ਕਿਤੇ ਪ੍ਰਗਟ ਹੋ ਜਾਣਾ ਕੀਤਾ। ਸੋਨ ਸੋਨ ਸਭ ਹਰ ਖਾਈ। ਤੇ ਜਿੱਥੇ ਜਿੱਥੇ ਵੀ ਇਹ ਵਿਆਹ ਤੈਅ ਹੋਏ ਦੀ ਖਬਰ ਪਹੁੰਚਦੀ ਹੈ, ਸਾਰੀਆਂ ਗੁਰਸਿੱਖ ਸੰਗਤਾਂ ਸੁਣ ਕਰਕੇ ਬਹੁਤ ਹਰਖਾਏ ਖੁਸ਼ ਹੁੰਦੀਆਂ ਹਨ। ਦੋਹਰਾ ਦਿਨ ਦੋਇਕ ਸਿੱਖ ਕੋ ਰੱਖਿਓ। ਇਸ ਪ੍ਰਕਾਰ ਉਸ ਤੋਂ ਅੱਗੇ ਭਾਈ ਸੰਤੋਖ ਸਿੰਘ ਜੀ ਬਚਨ ਲਿਖਦੇ ਹਨ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਜਿਹੜਾ ਸਾਹੇ ਦੀ ਚਿੱਠੀ ਲੈ ਕੇ ਆਇਆ ਗੁਰਸਿੱਖ ਸੀ, ਉਸ ਨੂੰ ਆਪਣੇ ਪਾਸ 2 ਦਿਨ ਰੁਕਣਾ ਕੀਤਾ। ਲਾਗ ਦਰਬ ਕੋ ਦੀਨ। ਤੇ ਉਸ ਨੂੰ ਭਾਵਨਾ ਵਾਲਾ ਗੁਰਸਿੱਖ ਜਾਣ ਕਰਕੇ ਉਸ ਨੂੰ ਕੋਈ ਜਿਹੜੀ ਮਾਇਆ ਸੀ, ਕੁਝ ਬਸਤਰ ਸੀ, ਜਿਹੜੇ ਲਾਗ ਦੇ ਦੇਣਾ ਕੀਤੇ। ਕੇਤਕ ਦਿਨ ਬੀਤੇ ਪ੍ਰਭੂ। ਇਸ ਪ੍ਰਕਾਰ ਜਦੋਂ ਇਹ ਜਿਹੜਾ ਦਿਨ ਤੈਅ ਕੀਤਿਆਂ, ਜਦੋਂ ਕੁਝ ਕੁ ਦਿਨ ਹੋਰ ਬੀਤ ਜਾਣਾ ਕੀਤੇ, ਤਿਆਰ ਸਮਾਜ ਸੋ ਕੀਨ। ਉਸ ਵੇਲੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਰੇ ਗੁਰਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਜਿਹੜੀ ਹੁਣ ਤਿਆਰੀ ਹੈ ਉਹ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਕਰਨਾ ਕਰੋ। ਚੌਪਈ ਦੇ ਦੇ ਦਰਬ ਮਸੰਦ ਪਠਾਏ। ਤੇ ਉਸ ਵੇਲੇ ਸਤਿਗੁਰਾਂ ਨੇ ਜਿਹੜੇ ਮਸੰਦ ਗੁਰਸਿੱਖ ਸਨ, ਉਹਨਾਂ ਨੂੰ ਬਹੁਤਾ ਜਿਹੜਾ ਪੈਸਾ ਦੇ ਦੇ ਕਰਕੇ ਦੂਰ ਦੁਰਾਡੇ ਗੁਰਸਿੱਖ ਸੰਗਤਾਂ ਨੂੰ ਭੇਜ ਦੇਣਾ ਕੀਤਾ। ਸਰਪੀ ਸਿਤਾ ਬਟੋਰਤ ਲਿਆਏ। ਤੇ ਗੁਰਸਿੱਖ ਨੂੰ ਆਖਿਆ ਕਿ ਚੰਗਾ ਜਿਹੜਾ ਘਿਓ ਹੈ, ਚੰਗੀ ਜਿਹੜੀ ਖੰਡ ਆਦਿਕ ਜਿੰਨੇ ਵੀ ਪਦਾਰਥ ਦੀ ਸਾਨੂੰ ਲੋੜ ਹੈ, ਉਸ ਨੂੰ ਲੈ ਕੇ ਆਉਣਾ ਕਰੋ। ਸੂਖਮ ਚਾਵਰ 4 ਲੰਮੇਰੇ। ਤੇ ਜਿਹੜੇ 4 ਸੁੰਦਰ ਜਿਹੜੇ ਲੰਬੇ ਜਿਹੜੀ ਬਾਸਮਤੀ ਆਦਿਕ ਦੇ ਜਿਹੜੇ ਚੌਲ ਲੰਬੇ ਲੰਬੇ ਹਨ, ਉਹਨਾਂ ਨੂੰ ਲਿਆ ਕੇ ਇਸ ਗੁਰਸਿੱਖ ਸੰਗਤਾਂ ਨੂੰ ਦੇਣਾ ਕਰੋ। ਤਿਮ ਗੋਧੂਮ ਜਹਾਂ ਸ਼ੁਭ ਹੀਰੇ। ਤੇ ਤੁਸੀਂ ਜਿਹੜੇ ਵੀ ਇਲਾਕੇ ਦੇ ਵਿੱਚ ਚੰਗੀ ਜਿਹੜੀ ਕਣਕ ਹੈ
ਉਹ ਦੇਖਣਾ ਕਰੋ, ਉਹ ਵੀ ਗੁਰੂ ਕੇ ਹਜੂਰ ਲੈ ਕੇ ਆਉਣਾ ਕਰੋ। ਜੇਤੋ ਖਰਚ ਲਖਿਓ ਮਨ ਮਾਹੀ। ਇਸ ਪ੍ਰਕਾਰ ਜਿੰਨਾ ਵੀ ਖਰਚ ਸਤਿਗੁਰਾਂ ਨੇ ਆਪਣੇ ਮਨ ਦੇ ਵਿੱਚ ਜਾਣਿਆ ਕਿ ਇਤਨਾ ਕੁ ਖਰਚ ਆਉਣਾ ਕਰੇਗਾ। ਦੁਗਨ ਵਸਤ ਲਿਆਵਤ ਭੇ ਤਾਹੀ। ਇਸ ਪ੍ਰਕਾਰ ਸਤਿਗੁਰਾਂ ਨੇ ਆਖਿਆ ਕਿ ਗੁਰਸਿੱਖੋ, ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਵਸਤੂ ਦੀ ਕਮੀ ਰਹਿ ਜਾਵੇ। ਜਿੰਨੀਆਂ ਵਸਤੂਆਂ ਦੀ ਲੋੜ ਹੈ ਉਸ ਤੋਂ ਦੁੱਗਣੀਆਂ ਵਸਤੂਆਂ ਤੁਸੀਂ ਗੁਰੂ ਕੇ ਹਜੂਰ ਇਕੱਠੀਆਂ ਕਰ ਲੈਣਾ ਕਰੋ। ਬ੍ਰਿੰਦ ਕਰਾਹੇ ਦਏ ਚੜਾਏ। ਇਸ ਪ੍ਰਕਾਰ ਸਤਿਗੁਰਾਂ ਦਾ ਉਪਦੇਸ਼ ਜਾਣ ਕਰਕੇ ਭਾਵਨਾ ਵਾਲੇ ਗੁਰਸਿੱਖਾਂ ਨੇ ਖੁਸ਼ੀ ਹੋ ਕਰਕੇ, ਕਿਉਂਕਿ ਜਿਹੜੀ ਸੇਵਾ ਹੈ ਇਹ ਵੀ ਖੁਸ਼ੀ ਦੇ ਨਾਲ ਹੋਵੇ ਤਾਂ ਪ੍ਰਵਾਨ ਹੁੰਦੀ ਹੈ। ਕਿਉਂਕਿ ਸਤਿਗੁਰਾਂ ਦੇ ਪਾਵਨ ਬਚਨ ਹਨ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਕਿ ਨਾ ਤਾਂ ਜਿਹੜਾ ਗੁਣ ਕੋਈ ਚੰਗਾ ਗੁਣ ਹੀ ਪ੍ਰਾਪਤ ਹੋ ਸਕਦਾ ਹੈ ਤੇ ਨਾ ਹੀ ਜਿਹੜਾ ਉਪਕਾਰ ਹੈ ਉਸ ਦੀ ਹੀ ਪ੍ਰਾਪਤੀ ਹੋ ਸਕਦੀ ਹੈ। ਇਸ ਲਈ ਜਿਹੜੀ ਭਾਵਨਾ ਦੇ ਨਾਲ ਕੀਤੀ ਹੋਈ ਸੇਵਾ ਹੈ, ਭਾਵਨਾ ਦੇ ਨਾਲ ਜਿਹੜੀ ਪੜ੍ਹੀ ਹੋਈ ਬਾਣੀ ਹੈ ਉਹੀ ਪ੍ਰਵਾਨ ਹੁੰਦੀ ਹੈ। ਜਿਵੇਂ ਆਮ ਕਰਕੇ ਇੱਕ ਪਾਵਨ ਬਚਨ ਸਾਧੂ ਮਹਾਤਮਾ ਦੱਸਦੇ ਨੇ ਕਿ ਜਿਹੜਾ ਪਰਮੇਸ਼ਰ ਹੈ ਉਹ ਨਾ ਤਾਂ ਸੇਵਾ ਤੋਂ ਪ੍ਰਸੰਨ ਹੁੰਦਾ, ਨਾ ਹੀ ਉਹ ਨਾਮ ਜਪਿਆਂ ਪ੍ਰਸੰਨ ਹੁੰਦਾ। ਦੇਖੋ, ਇੱਕ ਐਸਾ ਇੱਕ ਗੁੰਝਲਦਾਰ ਸਵਾਲ ਹੈ ਕਿ ਪਰਮੇਸ਼ਰ ਫਿਰ ਪ੍ਰਸੰਨ ਕਿਵੇਂ ਹੁੰਦਾ? ਅਸੀਂ ਫਿਰ ਉੱਦਾਂ ਹੀ ਸੇਵਾ ਕਰੀ ਜਾਂਦੇ ਹਾਂ। ਤੇ ਇਸ ਦਾ ਜਵਾਬ ਇਹ ਹੈ ਕਿ ਜਿਹੜਾ ਪਰਮੇਸ਼ਰ ਹੈ ਉਹ ਹੈ ਪ੍ਰੇਮ ਕਰਕੇ। ਪ੍ਰੇਮ ਦੇ ਨਾਲ ਕੀਤੀ ਹੋਈ ਸੇਵਾ ਪ੍ਰਵਾਨ ਹੈ, ਪ੍ਰੇਮ ਦੇ ਨਾਲ ਪੜ੍ਹੀ ਹੋਈ ਬਾਣੀ ਪ੍ਰਵਾਨ ਹੈ। ਇਸ ਲਈ ਜਿਹੜੀ ਵੀ ਗੁਰੂ ਘਰ ਦੇ ਅੰਦਰ ਸੇਵਾ ਹੈ, ਗੁਰਬਾਣੀ ਪੜ੍ਹਨ ਦਾ ਪੜ੍ਹਾਉਣ ਦਾ ਕਾਰਜ ਹੈ, ਇਹ ਉਤਨਾ ਚਿਰ ਸਫਲਾ ਨਹੀਂ ਜਿੰਨਾ ਚਿਰ ਉਸ ਦੇ ਅੰਦਰ ਪ੍ਰੇਮ ਨਹੀਂ। ਕਿਉਂਕਿ ਇੱਕ ਬਚਨ ਆਪਾਂ ਨੂੰ ਆਮ ਹੀ ਯਾਦ ਨੇ, ਆਪਾਂ ਇਹ ਆਮ ਹੀ ਬਚਨ ਪੜ੍ਹਦੇ ਹਾਂ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ ਦਾ ਅਰਥ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮੇਸ਼ਰ ਵਾਹਿਗੁਰੂ ਦੇ ਸਵਰੂਪ ਦੇ ਨਾਲ, ਇਸ ਕਾਇਨਾਤ ਦੇ ਨਾਲ ਪ੍ਰੇਮ ਕੀਤਾ ਹੈ, ਇਸ ਕਾਇਨਾਤ ਨੂੰ ਕਾਦਰ ਦਾ ਹੀ ਰੂਪ ਜਾਣ ਕੇ ਪ੍ਰੇਮ ਕੀਤਾ ਹੈ, ਉਹ ਅਸਲ ਦੇ ਵਿੱਚ ਉਹਦਾ ਜੀਵਨ ਸਫਲਾ ਹੋਇਆ। ਜਿਸ ਪ੍ਰਕਾਰ ਇੱਕ ਹੁੰਦਾ ਹੈ ਜੀਵਨ ਨੂੰ ਬਤੀਤ ਕਰਨਾ ਔਰ ਇੱਕ ਹੁੰਦਾ ਹੈ ਸਫਲਾ ਕਰਨਾ। ਜਿੰਨੇ ਵੀ ਸੰਸਾਰ ਦੇ ਅੰਦਰ ਆਪਾਂ ਮਨੁੱਖ ਜਨਮ ਲੈ ਕੇ ਆਉਣੇ ਆ, ਉਹਨਾਂ ਵਿੱਚੋਂ ਬਹੁਤਾਤ ਗਿਣਤੀ ਐਸੀ ਹੁੰਦੀ ਹੈ ਜਿਹੜੇ ਆਪਣੇ ਜੀਵਨ ਨੂੰ ਬਤੀਤ ਕਰਕੇ ਜਾਂਦੇ ਨੇ। ਬਤੀਤ ਕਰਨ ਤੋਂ ਭਾਵ ਹੈ ਕਿ ਸਿਰਫ ਸੰਸਾਰੀ ਕੰਮਕਾਰ ਕਰਦਿਆਂ ਹੋਇਆਂ ਜਾਂ ਫਿਰ ਜੂਆ ਖੇਡਦਿਆਂ ਹੋਇਆਂ, ਤਾਸ਼ ਖੇਡਦਿਆਂ ਹੋਇਆਂ, ਨਸ਼ੇ ਵਿਸ਼ੇ ਭੋਗਦਿਆਂ ਹੋਇਆਂ, ਇਸ ਤਰ੍ਹਾਂ ਦੇ ਕਾਰ ਵਿਹਾਰ ਕਰਦੇ ਹੀ ਜੀਵਨ ਨੂੰ ਬਤੀਤ ਕਰ ਦੇਣਾ, ਇਸ ਨੂੰ ਹੁੰਦਾ ਹੈ ਸਮਾਂ ਬਤੀਤ ਕਰਨਾ। ਤੇ ਕੋਈ ਐਸੇ ਗੁਰਮੁਖ ਪਿਆਰੇ ਭਾਵਨਾ ਵਾਲੇ ਗੁਰੂ ਕੀ ਕਿਰਪਾ ਦੇ ਨਾਲ ਐਸੇ ਹੁੰਦੇ ਹਨ ਜਿਹੜੇ ਆਪਣੇ ਜੀਵਨ ਨੂੰ ਸਫਲਾ ਕਰਕੇ ਜਾਂਦੇ ਨੇ। ਇਸ ਲਈ ਸਤਿਗੁਰੂ ਐਸੇ ਮਹਾਨ ਬਿਰਤੀ ਵਾਲੇ ਨੇ ਕਿ ਉਹਨਾਂ ਦੇ ਨਾਲ ਜਿਨ੍ਹਾਂ ਨੇ ਵੀ ਸਤਿਕਾਰ ਦੇ ਨਾਲ ਬੇਨਤੀ ਕੀਤੀ ਹੈ, ਪਿਆਰ ਕੀਤਾ ਹੈ, ਉਹ ਪਰਮੇਸ਼ਰ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਪ੍ਰਵਾਨ ਹੋਇਆ ਹੈ। ਇਸ ਲਈ ਭਾਈ ਸੰਤੋਖ ਸਿੰਘ ਜੀ ਪਾਵਨ ਬਚਨ ਲਿਖਦੇ ਹਨ ਕਿ ਬ੍ਰਿੰਦ ਕਰਾਹੇ ਦਏ ਚੜਾਏ। ਸਤਿਗੁਰਾਂ ਦਾ ਹੁਕਮ ਜਾਣ ਕਰਕੇ ਜਿਹੜੇ ਕੋਈ ਹਲਵਾਈ ਗੁਰਸਿੱਖ ਸਨ, ਉਹਨਾਂ ਨੇ ਜਿਹੜੇ ਬਹੁਤੇ ਕੜਾਹੇ ਸਨ, ਮਠਿਆਈ ਬਣਾਉਣ ਦੇ ਲਈ ਅੱਗ ਦੇ ਉੱਪਰ ਚੜਾ ਦੇਣਾ ਕੀਤੇ। ਸ਼ੁਭ ਪਕਵਾਨ ਪਾਕ ਸਮੁਦਾਇ। ਜਿਹੜੀ ਸ਼ੁਭ ਜਿਹੜੇ ਚੰਗੇ ਪਕਵਾਨ ਸਨ, ਉਹ ਜਿਹੜੀ ਰਸੋਈ ਆਦਿਕ ਨੂੰ ਸਾਫ਼ ਕਰਕੇ, ਭਾਵ ਜਿੱਥੇ ਉਹ ਸਾਰੀ ਮਠਿਆਈ ਤਿਆਰ ਕਰਨੀ ਸੀ, ਉਹ ਇਸ ਤਰ੍ਹਾਂ ਚੰਗੇ ਜਿਹੜੇ ਪਕਵਾਨ ਸਨ ਉਹਨਾਂ ਨੂੰ ਪਕਾਉਣਾ ਕੀਤਾ, ਬਣਾਉਣਾ ਕੀਤਾ। ਪ੍ਰਥਮ ਥਾਰ ਗਨ ਭਰ ਕਰ ਲਿਆਏ। ਇਸ ਪ੍ਰਕਾਰ ਪਹਿਲਾ ਜਿਹੜਾ ਥਾਲ ਮਠਿਆਈ ਦਾ ਸੀ,
ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਜਿਹੜੇ ਭਾਵਨਾ ਵਾਲੇ ਗੁਰਸਿੱਖ ਸੇਵਕ ਸਨ, ਉਹਨਾਂ ਨੇ ਗੁਰੂ ਕੀ ਹਜ਼ੂਰੀ ਦੇ ਵਿੱਚ ਲੈ ਕੇ ਆਉਣਾ ਕੀਤਾ। ਬ੍ਰਿੰਦ ਸੇਵਕਨ ਤੇ ਤੇ ਉਚਵਾਏ। ਜਿਹੜੇ ਬ੍ਰਿੰਦ ਬਹੁਤੇ ਜਿਹੜੇ ਸੇਵਕ ਆਦਿਕ ਸਨ, ਉਹਨਾਂ ਤੋਂ ਉਠਵਾਉਣਾ ਕੀਤਾ। ਸ੍ਰੀ ਦਰਬਾਰ ਬੰਦਨਾ ਕੀਨ। ਇਸ ਪ੍ਰਕਾਰ ਭਾਵਨਾ ਵਾਲੇ ਗੁਰਸਿੱਖਾਂ ਨੇ ਸਤਿਗੁਰਾਂ ਦੇ ਪਾਵਨ ਹਜੂਰ ਮਠਿਆਈ ਆਦਿਕ ਦੇ ਜਿਹੜੇ ਥਾਲ ਰੱਖ ਕਰਕੇ ਪਹਿਲਾਂ ਸਤਿਗੁਰਾਂ ਨੂੰ ਬੰਦਨਾ ਕਰਨਾ ਕੀਤੀ, ਨਮਸਕਾਰ ਕਰਨਾ ਕੀਤੀ। ਫਿਰੇ ਪ੍ਰਦਖਨਾ ਚਾਰਹੁ ਦੀਨ। ਉਸ ਤੋਂ ਬਾਅਦ ਉਹਨਾਂ ਗੁਰਸਿੱਖ ਸੇਵਕਾਂ ਨੇ ਸਤਿਗੁਰਾਂ ਦੀ ਜਿਹੜੀ ਪ੍ਰਕਰਨਾ ਸੀ, ਜਿਹੜੀ ਪ੍ਰਦਖਣਾ ਸੀ, ਉਹ ਕਰਨਾ ਕੀਤੀ। ਬਿਰਧ ਸਾਹਿਬ ਭਾਈ ਗੁਰਦਾਸ। ਇਸ ਪ੍ਰਕਾਰ ਜਿਹੜੇ ਬ੍ਰਿਧ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਇਨ ਤੇ ਕਰਵਾਏ ਅਰਦਾਸ। ਇਹਨਾਂ ਗੁਰਸਿੱਖਾਂ ਨੂੰ ਬੇਨਤੀ ਕੀਤੀ ਕਿ ਤੁਹਾਡੇ ਵਿੱਚੋਂ ਇੱਕ ਜਾਣਾ ਉੱਠੋ। ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜੀ ਅਰਦਾਸ ਹੈ ਉਹ ਕਰਨਾ ਕੀਤੀ। ਸਰਬ ਪ੍ਰਸਾਦ ਵਰਤਾਵਨ ਕਰੇ। ਉਸ ਤੋਂ ਬਾਅਦ ਅਰਦਾਸ ਤੋਂ ਉਪਰੰਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਖਿਆ ਕਿ ਭਾਈ ਗੁਰਸਿੱਖੋ, ਇਹ ਜਿਹੜਾ ਸਾਰਾ ਪ੍ਰਸ਼ਾਦ ਹੈ, ਇਹ ਸਾਰੀ ਜਿਹੜੀ ਮਠਿਆਈ ਹੈ, ਗੁਰਸਿੱਖ ਸੰਗਤਾਂ ਵਿੱਚ ਵਰਤਾ ਦੇਣਾ ਕਰੋ। ਬਹੁਰ ਨਕੇਤ ਆਏ ਹਿਤ ਧਰੇ। ਇਸ ਪ੍ਰਕਾਰ ਪੁਨः ਫਿਰ ਸਤਿਗੁਰੂ ਜੀ ਬਹੁਤ ਪ੍ਰੇਮ ਧਾਰ ਕਰਕੇ ਆਪਣੇ ਮਹਿਲਾਂ ਦੇ ਵਿੱਚ ਆ ਜਾਣਾ ਕੀਤੇ। ਆਗਿਆ ਕਰੀ ਸੰਬੰਧ ਜਹਾਂ ਜਹਾਂ। ਇਸ ਪ੍ਰਕਾਰ ਸਤਿਗੁਰਾਂ ਨੇ ਸਾਰਿਆਂ ਨੂੰ ਆਖਿਆ ਕਿ ਭਾਈ ਗੁਰਸਿੱਖੋ, ਹੁਣ ਇਦਾਂ ਕਰੋ, ਜਿੰਨੇ ਜਿੱਥੇ ਜਿੱਥੇ ਵੀ ਗੁਰਸਿੱਖ ਸੰਗਤਾਂ ਵਿਰਾਜਦੀਆਂ ਨੇ, ਚਾਹੇ ਉਹ ਨੇੜੇ ਨੇ ਚਾਹੇ ਦੂਰ ਨੇ, ਜਿੱਥੇ ਜਿੱਥੇ ਵੀ ਗੁਰੂ ਘਰ ਦੇ ਨਾਲ ਪ੍ਰੇਮ ਰੱਖਣ ਵਾਲੇ ਕੋਈ ਮਨੁੱਖ ਗੁਰਸਿੱਖ ਹਨ, ਉਹ ਜਿੱਥੇ ਜਿੱਥੇ ਵੀ ਵਿਰਾਜਦੇ ਹਨ, ਗਾਨ ਪਕਵਾਨ ਪਠਾਏ ਤਹਾਂ ਤਹਾਂ। ਉੱਥੇ ਉੱਥੇ ਕਹਿੰਦੇ ਜਿਹੜੇ ਪਕਵਾਨ ਹਨ, ਜਿੰਨੀਆਂ ਵੀ ਮਠਿਆਈਆਂ ਬਣੀਆਂ ਹਨ, ਉਹਨਾਂ ਨੂੰ ਗੁਰਸਿੱਖ ਸੰਗਤਾਂ ਤੱਕ ਭੇਜ ਦੇਣਾ ਕਰੋ। ਸਗਰੋ ਮੇਲ ਹਕਾਰਨ ਕਰੋ। ਤੇ ਇਸ ਪ੍ਰਕਾਰ ਆਖਦੇ ਨੇ ਕਿ ਇਸ ਤੋਂ ਬਾਅਦ ਨਾਲ ਹੀ ਸੱਦਾ ਪੱਤਰ ਵੀ ਦਿੰਦੇ ਆਇਓ ਕਿ 21 ਵੈਸਾਖ ਨੂੰ ਗੁਰੂ ਘਰ ਦੇ ਅੰਦਰ ਬਾਬਾ ਗੁਰਦਿੱਤਾ ਦੀ ਸ਼ਾਦੀ ਹੈ ਤੇ ਸਾਰੇ ਉਸ ਸਮੇਂ ਪਹੁੰਚਣਾ ਕਰਿਓ। ਇਸ ਪ੍ਰਕਾਰ ਸਗਰੋ ਮੇਲ ਹਕਾਰਨ ਕਰੋ। ਸਾਰਾ ਜਿਤਨਾ ਵੀ ਮੇਲ ਹੈ, ਜਿੰਨੀਆਂ ਵੀ ਗੁਰਸਿੱਖ ਸੰਗਤਾਂ ਹਨ, ਉਹਨਾਂ ਨੂੰ 21 ਵੈਸਾਖ ਦਾ ਦਿਨ ਜਾਣ ਕਰਕੇ ਬੁਲਾਵਣਾ ਕਰੋ। ਇਸ ਕਾਰਜ ਕੀ ਬਿਲਮ ਨਾ ਧਰੋ। ਸਤਿਗੁਰਾਂ ਨੇ ਬਚਨ ਕੀਤੇ ਕਿ ਇਹ ਜਿਹੜਾ ਕਾਰਜ ਹੈ, ਇਸ ਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਕਮੀ ਨਾ ਆਵੇ। ਇਸ ਲਈ ਕਿਸੇ ਵੀ ਪ੍ਰਕਾਰ ਦੀ ਜਿਹੜੀ ਦੇਰੀ ਹੈ, ਢਿੱਲ ਹੈ, ਉਹ ਨਾ ਕਰਨਾ ਕਰੋ। ਪ੍ਰਥਮ ਖਡੂਰ ਸੋ ਗੋਇੰਦਵਾਲ। ਇਸ ਪ੍ਰਕਾਰ ਇਸ ਤੋਂ ਬਾਅਦ ਸਤਿਗੁਰਾਂ ਨੇ ਜਿਤਨੀਆਂ ਵੀ ਦੂਰ ਦੁਰਾਡੇ ਗੁਰਸਿੱਖ ਸੰਗਤਾਂ ਸਨ, ਉਹਨਾਂ ਦੇ ਪਾਸ ਜੋ ਸੱਦਾ ਪੱਤਰ ਸੀ, ਕਿਉਂਕਿ ਅੱਜ ਦੇ ਸਮੇਂ ਵਾਂਗ ਪਹਿਲਾਂ ਸਾਧਨ ਨਹੀਂ ਸਨ, ਉਦੋਂ ਐਸਾ ਮਾਹੌਲ ਸੀ ਕਿ ਦੂਰ ਦੁਰਾਡੇ ਕੋਈ ਮਨੁੱਖ ਜਾ ਕੇ ਹੀ ਸੱਦਾ ਪੱਤਰ ਦਿੰਦਾ ਸੀ। ਤੇ ਇਹ ਵੀ ਸੁਣਨ ਦੇ ਵਿੱਚ ਆਉਂਦਾ ਕਿ ਜੇ ਇੱਕ ਮਨੁੱਖ ਕਿਤੇ ਬਾਹਰ ਗਿਆ ਹੁੰਦਾ ਸੀ, ਜੇਕਰ ਉਹ ਸ਼ਾਮ ਨੂੰ ਘਰੇ ਪਰਤ ਕੇ ਨਾ ਆਉਂਦਾ, ਫਿਰ ਇੱਕ ਹੋਰ ਗੁਰਸਿੱਖ ਨੂੰ ਭੇਜਣਾ ਕਿ ਤੁਸੀਂ ਜਾਵੋ, ਉਸ ਮਨੁੱਖ ਦਾ ਪਤਾ ਲੈ ਕੇ ਆਵੋ ਕਿ ਆਇਆ ਕਿਉਂ ਨਹੀਂ। ਇਸ ਲਈ ਦੂਰ ਦੁਰਾਡੇ ਗੁਰਸਿੱਖ ਸੰਗਤਾਂ ਨੂੰ ਜਾਣ ਕਰਕੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਨਾਲੇ ਤਾਂ ਇਹ ਜਿਹੜੇ ਪਕਵਾਨ ਹਨ, ਮਠਿਆਈਆਂ ਹਨ, ਇਹ ਗੁਰਸਿੱਖਾਂ ਨੂੰ ਦਿੰਦੇ ਆਇਓ, ਔਰ ਨਾਲੇ ਜਿਹੜਾ ਸੱਦਾ ਪੱਤਰ ਹੈ ਉਹ ਵੀ ਦੇਣਾ ਕਰਿਓ। ਇਸ ਲਈ ਸਤਿਗੁਰਾਂ ਨੇ ਦੇਖੋ ਕੈਸੇ ਮਾਹੌਲ ਦੇ ਅੰਦਰ ਵੀ, ਕਿਉਂਕਿ ਆਪਣੇ ਐਸਾ ਮਾਹੌਲ ਬਣਿਆ ਹੈ ਕਿ ਕੋਈ ਵੀ ਸਮਾਗਮ ਹੋਵੇ, ਆਪਣੇ ਘਰਾਂ ਦੇ ਵਿੱਚ ਉਦੋਂ ਪਾਪ ਕਰਮ ਹੁੰਦੇ ਨੇ। ਕੋਈ ਜੀਵ ਹੱਤਿਆ ਹੈ ਉਹ ਕੀਤੀ ਜਾਂਦੀ ਹੈ, ਕੋਈ ਸ਼ਰਾਬਾਂ ਆਦਿਕ ਉਹ ਵਰਤਾਈਆਂ ਜਾਂਦੀਆਂ ਨੇ, ਪਰ ਗੁਰੂ ਕਾ
ਐਸਾ ਉਪਦੇਸ਼ ਹੈ ਗੁਰਸਿੱਖ ਦੇ ਲਈ ਕਿ ਕਾਰਜ ਚਾਹੇ ਕੋਈ ਵੀ ਹੋਵੇ, ਚਾਹੇ ਉਹ ਖੁਸ਼ੀ ਦਾ ਹੋਵੇ, ਚਾਹੇ ਗਮੀ ਦਾ ਹੋਵੇ, ਚਾਹੇ ਪੁੱਤਰ ਦੀ ਸ਼ਾਦੀ ਹੋਵੇ, ਚਾਹੇ ਜਨਮ ਲਿਆ ਹੋਵੇ, ਕਿਸੇ ਵੀ ਪ੍ਰਕਾਰ ਦਾ ਸਮਾਗਮ ਹੋਵੇ, ਗੁਰੂ ਨੂੰ ਪਹਿਲ ਹੋਵੇ। ਜਿਵੇਂ ਆਪਾਂ ਬੱਚਿਆਂ ਦੀ ਜਦੋਂ ਸ਼ਾਦੀ ਕਰਦੇ ਹਾਂ ਤੇ ਆਪਾਂ ਪਹਿਲਾ ਕਾਰਡ ਗੁਰੂ ਕੇ ਹਜ਼ੂਰ ਭੇਟ ਕਰਕੇ ਜਾਂਦੇ ਹਾਂ। ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਗੁਰੂ ਸਭ ਤੋਂ ਅੱਗੇ ਹੈ, ਕਿ ਗੁਰੂ ਕੀ ਜੋ ਆਗਿਆ ਹੈ ਉਹੀ ਸਾਡੇ ਲਈ ਸਭ ਤੋਂ ਵੱਡੀ ਹੈ। ਜਿਵੇਂ ਸਿੱਖ ਧਰਮ ਦੇ ਅੰਦਰ ਮਹਾਨ ਵਿਦਵਤਾ ਹਾਸਲ ਕਰਨ ਵਾਲੇ ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਦੇ ਪਾਵਨ ਵਚਨ ਹਨ ਕਿ ਜਿਹੜੀ ਗੁਰਸਿੱਖੀ ਹੈ ਇਹ ਇੱਕ ਬੜੀ ਵੱਡੀ ਚੀਜ਼ ਹੈ। ਉਹਨਾਂ ਨੇ ਪਾਵਨ ਬਚਨ ਹਨ ਕਿ ਜਿਵੇਂ ਕਿਸੇ ਘਰ ਦੇ ਅੰਦਰ ਕੋਈ ਮਨੁੱਖ ਗੁਰਸਿੱਖ ਹੋਵੇ ਤੇ ਉਸ ਦਾ ਜਿਹੜਾ ਅੱਗੇ ਲੜਕਾ ਹੈ, ਬੇਟਾ ਹੈ, ਉਹ ਮੋਨਾ ਹੋ ਜਾਵੇ ਤੇ ਉਹ ਤੇ ਕਹਿੰਦੇ ਇਸ ਪ੍ਰਕਾਰ ਦੀ ਹਾਲਤ ਹੋਈ, ਅੰਦਰ ਕੋਈ ਬਹੁਤ ਹਰਿਆ ਭਰਿਆ ਪਿੱਪਲ ਖੜਿਆ ਸੀ ਤੇ ਸਮਾਂ ਪਾ ਕੇ ਐਸਾ ਹੋਇਆ ਕਿ ਅਚਾਨਕ ਹੀ ਸੁੱਕ ਗਿਆ ਹੋਵੇ। ਤੇ ਉਹ ਤੇ ਕਹਿੰਦੇ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ ਕਿ ਜੇ ਪਿਓ ਗੁਰਸਿੱਖ ਹੋਵੇ ਤੇ ਪੁੱਤਰ ਉਸ ਦਾ ਕੇਸਾਧਾਰੀ ਨਾ ਰਵੇ ਤੇ ਉਹ ਤਾਂ ਇਹ ਜਾਣੋ ਕਿ ਉਸ ਘਰ ਦੇ ਅੰਦਰ ਜਿਹੜੀ ਗੁਰਸਿੱਖੀ ਦੀ ਜੜ ਹੈ ਉਹ ਸੁੱਕਣਾ ਸ਼ੁਰੂ ਹੋ ਗਈ। ਤੇ ਨਾਲ ਹੀ ਬਚਨ ਲਿਖੇ ਨੇ ਕਿ ਜੇ ਪਿਓ ਕੇਸਾਧਾਰੀ ਨਾ ਹੋਵੇ ਤੇ ਅੱਗੇ ਪੁੱਤਰ ਗੁਰਸਿੱਖੀ ਜੀਵਨ ਧਾਰ ਲਵੇ, ਕੇਸਾਧਾਰੀ ਹੋ ਜਾਵੇ, ਉਹ ਤਾਂ ਕਹਿੰਦੇ ਇਹ ਗੱਲ ਬਣੀ ਕਿ ਜਿਵੇਂ ਕੋਈ ਦਰਖਤ ਬਹੁਤ ਲੰਬੇ ਸਮੇਂ ਤੋਂ ਸੁੱਕਿਆ ਸੀ, ਸਮਾਂ ਪਾ ਕੇ ਕੁਦਰਤ ਦਾ ਐਸਾ ਇੱਕ ਕ੍ਰਿਸ਼ਮਾ ਹੋਇਆ ਕਿ ਉਹ ਦਰਖਤ ਰਾਤੋਂ ਰਾਤ ਹਰਿਆ ਹੋ ਗਿਆ ਹੋਵੇ। ਉਸੇ ਤਰ੍ਹਾਂ ਹੀ ਉਸ ਘਰ ਦੇ ਵਿੱਚ ਮਾਹੌਲ ਹੁੰਦਾ ਹੈ ਕਿ ਜਿਸ ਘਰ ਦੇ ਅੰਦਰ ਦਾਦੇ ਪੜਦਾਦਿਆਂ ਤੋਂ ਲੈ ਕੇ ਗੁਰਸਿੱਖੀ ਨਾ ਹੋਵੇ ਤੇ ਬੱਚੇ ਅੱਗੇ ਗੁਰਸਿੱਖ ਬਣ ਜਾਣ। ਇਸ ਲਈ ਗੁਰੂ ਕੀ ਜੋ ਮੋਹਰ ਹੈ, ਇਸ ਤੋਂ ਬਿਨਾਂ ਗੁਰੂ ਕੀ ਖੁਸ਼ੀ ਜਿਹੜੀ ਹੈ ਉਹ ਪ੍ਰਾਪਤ ਨਹੀਂ ਹੋ ਸਕਦੀ। ਇਸ ਲਈ ਸਤਿਗੁਰੂ ਜੀ ਆਪਣੀ ਮਹਾਨ ਕਿਰਪਾ ਕਰਨ, ਅਸੀਂ ਪਹਿਲਾਂ ਆਪ ਗੁਰਸਿੱਖ ਬਣੀਏ, ਪਰਿਵਾਰਾਂ ਦੇ ਅੰਦਰ ਗੁਰਸਿੱਖੀ ਆ ਸਕੇ, ਗੁਰਬਾਣੀ ਗੁਰੂ ਕੀਰਤਨ ਦੇ ਨਾਲ ਸਾਡੇ ਪਰਿਵਾਰ ਜੁੜ ਸਕਣ। ਸਤਿਗੁਰੂ ਜੀ ਇਹ ਮਹਾਨ ਕਿਰਪਾ ਕਰਨ। ਸੋ ਸਮੇਂ ਦੀ ਸਮਾਪਤੀ ਹੈ। ਕਥਾ ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਸੋ ਅੱਗੇ ਜਿਸ ਪ੍ਰਕਾਰ ਪ੍ਰਸੰਗ ਆਵੇਗਾ ਉਹ ਆਪਾਂ ਕੱਲ੍ਹ ਦੇ ਦਿਨ ਦੇ ਵਿੱਚ ਸਰਵਣ ਕਰਨਾ ਕਰਾਂਗੇ। ਸੋ ਇੱਥੇ ਹੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਆਗਿਆ ਕਰੀ ਸਬੰਧ ਜਹਾਂ ਜਹੈ, ਗਾਨ ਪਕਵਾਨ ਪਠਾਏ ਤਹਾਂ ਤਹੈ, ਸਗਲੋ ਮੇਲ ਹਕਾਰਨ ਕਰੋ, ਇਸ ਕਾਰਜ ਕੀ ਬਿਲਮ ਨਾ ਧਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।